ਠੀਕ ਹੈ। ਹਾਂਜੀ, ਸਾਰੇ ਸਾਥੀਆਂ ਨੂੰ ਜੈ ਭੀਮ ਜੀ, ਵੈਲਕਮ ਹੈ ਜੀ। ਆਪਾਂ ਵੋਲਿਊਮ 9 ਜਿਹੜਾ ਆ ਉਹ ਡਿਸਕਸ ਕਰ ਰਹੇ ਹੈਗੇ ਆ। ਵੋਲਿਊਮ 9 ਜਿਹੜਾ ਆ ਉਹਦੇ ਵਿੱਚ ਅਸੀਂ ਅੱਜ ਚੈਪਟਰ 7 ਤੇ ਚੈਪਟਰ 8 ਡਿਸਕਸ ਕਰਨਾ ਹੈਗਾ ਆ। ਤੇ ਇੱਕ ਇਹ ਜਿਹੜਾ ਚੈਪਟਰ ਹੈਗਾ ਆ ਉਹ ਇਸ ਚੀਜ਼ ਨੂੰ ਲੈ ਕੇ ਹੈਗਾ ਆ ਕਿ ਇੱਕ ਝੂਠਾ ਇਲਜ਼ਾਮ ਜਿਹੜਾ ਆ ਉਹ ਭਾਰਤ ਦੇ ਅਛੂਤਾਂ ਦੇ ਉੱਤੇ ਲਾਇਆ ਗਿਆ ਹੈਗਾ ਆ। ਉਹ ਇਲਜ਼ਾਮ ਕੀ ਹੈਗਾ ਆ? ਉਹ ਮੀਡੀਆ ਨੇ, ਉਸ ਵੇਲੇ ਦੇ ਮੀਡੀਆ ਨੇ ਜਾਂ ਕਾਂਗਰਸੀ ਮੀਡੀਆ ਨੇ ਇਦਾਂ ਫੈਲਾਇਆ ਕਿ ਜਿਹੜੇ ਬਾਹਰਲੇ ਗੋਰੇ ਸੀ ਉਹ ਆ ਕੇ ਅਛੂਤਾਂ ਨੂੰ ਜਾਂ ਬਾਬਾ ਸਾਹਿਬ ਨੂੰ ਪੁੱਛਦੇ ਸੀਗੇ ਕਿ ਵੀ ਜਿਹੜੀ ਇੱਕ ਮੂਵਮੈਂਟ ਚੱਲ ਰਹੀ ਹੈਗੀ ਆ ਫਰੀडम ਨੂੰ, ਆਜ਼ਾਦੀ ਦਿਵਾਉਣ ਦੀ, ਜਿਹੜੀ ਫਰੀडम ਨੂੰ, ਭਾਰਤ ਨੂੰ ਆਜ਼ਾਦ ਕਰਨ ਦੀ ਜਿਹੜੀ ਫਰੀडम ਮੂਵਮੈਂਟ ਚੱਲ ਰਹੀ ਹੈਗੀ ਆ, ਅਛੂਤ ਉਹਦਾ ਸਾਥ ਕਾਤੇ ਨਹੀਂ ਦੇ ਰਹੇ ਹੈਗੇ। ਤੇ ਜਿਹੜੀ ਕਾਂਗਰਸ ਦੇ ਬੰਦੇ ਸੀ ਜਾਂ ਕਾਂਗਰਸ ਦੇ ਲੀਡਰ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਭਾਰਤ ਦੇ ਅਛੂਤ ਆ ਉਹ ਬ੍ਰਿਟਿਸ਼ ਗਵਰਨਮੈਂਟ ਦੇ ਚਮਚੇ ਆ ਜੀ ਉਹ, ਤੇ ਇਸ ਕਰਕੇ ਉਹ ਵਿੱਚ ਅੜਿੱਕਾ ਬਣੇ ਹੋਏ ਆ ਤੇ ਬ੍ਰਿਟਿਸ਼ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਨੂੰ ਚਮਚਿਆਂ ਵਾਂਗੂ ਵਰਤ ਰਹੀ ਹੈਗੀ ਆ। ਤੇ ਉਹ ਇੱਕ ਤਰ੍ਹਾਂ ਦਾ ਉਹਨਾਂ ਦਾ ਸੰਦ ਆ ਜਿਹੜੇ ਜਿਹੜੇ ਅਛੂਤ ਹੈਗੇ ਆ। ਤੇ ਬਾਬਾ ਸਾਹਿਬ ਉਹਦਾ ਜਵਾਬ ਦੇ ਰਿਹਾ ਹੈਗੇ ਆ ਕਿ ਕੀ ਜਿਹੜੇ ਅਛੂਤ ਹੈਗੇ ਆ, ਜਿਹੜੇ ਅਛੂਤ ਹੈਗੇ ਆ, ਕੀ ਉਹ ਬ੍ਰਿਟਿਸ਼ ਗਵਰਨਮੈਂਟ ਦੇ ਜਿਹੜੀ ਆਪਣੀ ਗੋਰਿਆਂ ਦੀ ਸਰਕਾਰ ਹੈਗੀ ਆ ਬ੍ਰਿਟੇਨ ਦੀ, ਕੀ ਉਹਦੇ ਚਮਚੇ ਆ? ਹੁਣ ਬਾਬਾ ਸਾਹਿਬ ਕਾਂਗਰਸ ਤੋਂ ਸ਼ੁਰੂ ਕਰਦੇ ਆ, ਕਹਿੰਦੇ ਵੀ ਜਿੱਦਾਂ ਮੈਂ ਪਹਿਲਾਂ ਪੜ੍ਹਿਆ ਸੀਗਾ ਕਿ ਵੀ ਜਦੋਂ ਦਾ ਗਾਂਧੀ ਨੇ ਕਾਂਗਰਸ ਨੂੰ ਜੁਆਇਨ ਕੀਤਾ ਆ, ਕਾਂਗਰਸ ਦੇ ਵਿੱਚ ਬਹੁਤ ਵੱਡੇ ਲੈਵਲ ਦੀ ਜਿਹੜੀ ਆ ਤਬਦੀਲੀ ਹੋਈ ਹੈਗੀ ਆ। ਜਦੋਂ ਹੀ ਗਾਂਧੀ ਨੇ ਆ ਕੇ ਚਾਰਜ ਸੰਭਾਲਿਆ 1919 ਦੇ ਵਿੱਚ, ਤੇ ਗਾਂਧੀ ਨੇ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ। ਗਤੀਵਿਧੀਆਂ ਨੂੰ ਤੇਜ਼ ਕਰਕੇ ਉਹਨੇ ਹੁਕਮ ਜਿਹੜੇ ਆ ਜਾਰੀ ਕਰਨੇ ਸ਼ੁਰੂ ਕੀਤੇ। ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਸੀ, ਉਸ ਤੋਂ ਪਹਿਲਾਂ ਜਿਹੜੀ ਕਾਂਗਰਸ ਹੁੰਦੀ ਸੀ ਉਹ ਸਿਰਫ ਮਤੇ ਪਾਉਂਦੀ ਹੁੰਦੀ ਸੀ, ਗਵਰਨਮੈਂਟ ਨੂੰ ਕਹਿੰਦੀ ਹੁੰਦੀ ਸੀ ਜੀ ਆਹ ਚੇਂਜ ਕਰ ਦਿਓ ਗੋਰੀ ਸਰਕਾਰ ਨੂੰ, ਤੇ ਉਹਨਾਂ ਤੇ ਡਿਪੈਂਡ ਕਰਦਾ ਹੁੰਦਾ ਸੀ ਵੀ ਉਹਨੇ ਚੇਂਜ ਕਰਨਾ ਜਾਂ ਨਹੀਂ ਕਰਨਾ। ਪਰ ਗਾਂਧੀ ਦੀ ਜਿਹੜੀ ਟੈਕਨੋਲੋਜੀ ਸੀ ਜਾਂ ਗਾਂਧੀ ਨੇ ਜਿਹੜੀ ਟੈਕਨੀਕ ਵਰਤੀ, ਉਹ 3-4 ਤਰ੍ਹਾਂ ਦੀ ਜਿਹੜੀ ਟੈਕਨੀਕ ਹੈ ਕਾਂਗਰਸ ਨੇ ਵਰਤਣੀ ਸ਼ੁਰੂ ਕੀਤੀ। ਇੱਕ ਤਾਂ ਨਾਨ ਕੋਆਪਰੇਸ਼ਨ ਸ਼ੁਰੂ ਕੀਤੀ, ਬਈ ਅਸੀਂ ਜਿਹੜੇ ਸਰਕਾਰੀ ਅਦਾਰੇ ਹੈਗੇ ਆ, ਚਾਹੇ ਉਹ ਗਵਰਨਮੈਂਟ ਦੇ ਸਕੂਲ ਆ, ਚਾਹੇ ਕਾਲਜ ਆ, ਚਾਹੇ ਕੋਰਟ ਆ, ਉਹਨਾਂ ਦੀ ਕੋਈ ਵੀ ਸੇਵਾ ਜਿਹੜੀ ਅਸੀਂ ਨਹੀਂ ਲੈਣੀ ਹੈਗੀ। ਤੇ ਦੂਸਰਾ ਜਿਹੜਾ ਆ ਬਾਈਕਾਟ ਦਾ ਜਿਹੜਾ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ, ਹਥਿਆਰ ਸ਼ੁਰੂ ਕੀਤਾ, ਉਹ ਉਹਨਾਂ ਲੋਕਾਂ ਨੂੰ ਡਰਾਉਣ ਦੇ ਲਈ ਸ਼ੁਰੂ ਕੀਤਾ ਵੀ ਜਿਨ੍ਹਾਂ ਦੀ ਗੱਲ, ਜਿਹੜੇ ਲੋਕ ਕਾਂਗਰਸ ਦੀ ਗੱਲ ਮੰਨਦੇ ਨਹੀਂ ਸੀਗੇ। ਦੋ ਤਰ੍ਹਾਂ ਦਾ ਬਹਿਸ਼ਕਾਰ ਜਿਹੜਾ ਆ ਕਾਂਗਰਸ ਨੇ ਕਰਨਾ ਸ਼ੁਰੂ ਕੀਤਾ। ਇੱਕ ਸਮਾਜਿਕ ਤੌਰ ਤੇ ਬਹਿਸ਼ਕਾਰ ਕਰਨਾ ਸ਼ੁਰੂ ਕੀਤਾ, ਇੱਕ ਆਰਥਿਕ ਤੌਰ ਤੇ ਬਹਿਸ਼ਕਾਰ ਕਰਨਾ ਸ਼ੁਰੂ ਕੀਤਾ। ਹੁਣ ਬਾਬਾ ਸਾਹਿਬ ਦੱਸਦੇ ਹੈਗੇ ਆ ਵੀ ਜਿਹੜਾ ਸਮਾਜਿਕ ਤੌਰ ਤੇ ਬਹਿਸ਼ਕਾਰ ਸੀਗਾ ਉਹ ਇਹ ਸੀਗਾ ਕਿ ਤੁਹਾਡੇ ਨਾਲ ਜਿਹੜੇ ਤੁਹਾਡੇ ਨਾਈ ਨੇ, ਕਿਸੇ ਨੇ ਵਾਲ ਨਹੀਂ ਕੱਟਣੇ ਜੇ ਤੁਸੀਂ ਕਾਂਗਰਸ ਦੀ ਗੱਲ ਨਹੀਂ ਮੰਨਦੇ, ਤੇ ਤੁਹਾਡੇ ਤੁਸੀਂ ਜਿਹੜੇ ਆ ਤੁਸੀਂ ਕਿਤੇ ਤੁਹਾਨੂੰ ਕਿਸੇ ਨੇ ਕੋਈ ਸਮਾਨ ਨਹੀਂ ਦੇਣਾ, ਜਾਂ ਤੁਹਾਡੇ ਕੱਪੜੇ ਨਹੀਂ ਕਿਸੇ ਨੇ ਧੋਣੇ, ਜਾਂ ਹੋਰ ਜਿਹੜਾ ਤੁਹਾਡਾ ਜਿਹੜੀਆਂ ਸਮਾਜਿਕ ਤੌਰ ਤੇ ਤੁਸੀਂ ਮਿਲਦੇ ਵਰਤਦੇ ਆ ਆਪਣੇ ਪਿੰਡ ਦੇ ਵਿੱਚ, ਉਹ ਬੰਦ ਹੋ ਜਾਂਦੇ ਸੀ ਜਦੋਂ ਜੇ ਤੁਸੀਂ ਕਾਂਗਰਸ ਦੀ ਗੱਲ ਨਹੀਂ ਮੰਨਦੇ ਹੁੰਦੇ ਸੀਗੇ। ਸਮਾਜ ਨੂੰ, ਲੋਕਾਂ ਨੂੰ, ਆਮ ਲੋਕਾਂ ਨੂੰ ਡਰਾਉਣ ਦੇ ਲਈ ਕਾਂਗਰਸ ਨੇ ਕੰਮ ਸ਼ੁਰੂ ਕੀਤਾ ਭਾਰਤ ਦੇ ਵਿੱਚ। ਦੂਸਰੇ ਨੰਬਰ ਦੇ ਉੱਤੇ ਇਕਨੋਮਿਕ ਜਿਹੜੀ ਪ੍ਰੋਬਲਮ, ਉਹਨਾਂ ਨੇ ਬਾਈਕਾਟ ਕਰਨਾ ਸ਼ੁਰੂ ਕੀਤਾ। ਆਰਥਿਕ ਤੌਰ ਦੇ ਉੱਤੇ ਉਹਨਾਂ ਨੇ ਇਦਾਂ ਦੀ ਸ਼ੁਰੂ ਕੀਤੀ ਗੱਲਬਾਤ ਬਈ ਤੁਹਾਨੂੰ ਨਾ ਤਾਂ ਉਹਨਾਂ ਨੇ ਕੋਈ ਚੀਜ਼ ਵੇਚਣੀ ਹੈ, ਨਾ ਤੁਹਾਡੇ ਕੋਲ ਲੈਣੀ ਹੈ। ਇਹਦੇ ਨਾਲ ਤੁਹਾਡਾ ਜਿਹੜਾ ਆਰਥਿਕ ਹੈ ਉਹ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਸੀਗੀ। ਤੇ ਤੀਸਰੇ ਨੰਬਰ ਤੇ ਜਿਹੜਾ ਉਹਨਾਂ ਨੇ ਹਥਿਆਰ ਸ਼ੁਰੂ ਕੀਤਾ, ਉਹ ਸਮਾਜਿਕ ਹੁਕਮੰਦੂਲੀ ਸ਼ੁਰੂ ਕੀਤੀ, ਵੀ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਦਿੱਤੇ, ਸਰਕਾਰ ਦੀਆਂ ਬੇਇੱਜ਼ਤੀਆਂ ਥਾਂ ਕਰਨੀ ਸ਼ੁਰੂ ਕਰ ਦਿੱਤੀਆਂ, ਟੈਕਸ ਨਾ ਦੇਣੇ, ਇਦਾਂ ਦੀਆਂ ਚੀਜ਼ਾਂ ਜਾਣੀ ਕਿ ਜਿਹਦੇ ਨਾਲ ਸਰਕਾਰੀ ਢਾਂਚਾ ਜਿਹੜਾ ਉਸ ਵੇਲੇ ਦੀ ਗਵਰਨਮੈਂਟ ਦਾ ਢਾਂਚਾ ਉਹ ਹਿੱਲ ਜਾਵੇ, ਇਦਾਂ ਦੀਆਂ ਚੀਜ਼ਾਂ ਇਹਨਾਂ ਨੇ ਕਰਨੀਆਂ ਸ਼ੁਰੂ ਕੀਤੇ। ਚੌਥਾ ਜਿਹੜਾ ਮੇਨ ਹਥਿਆਰ ਜਿਹੜਾ ਖਾਸ ਕਰਕੇ ਗਾਂਧੀ ਨੇ ਯੂਜ਼ ਕੀਤਾ, ਉਹ ਮਰਨ ਵਰਤ। ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਕਦੀ ਵੀ ਇਦਾਂ ਤਾਂ ਨਹੀਂ ਪੂਰਾ ਹੋਇਆ, ਇਦਾਂ ਤਾਂ ਚਲੋ ਨਹੀਂ ਹੋਇਆ ਵੀ ਗਾਂਧੀ ਨੇ ਕਦੀ ਆਪਣਾ ਮਰਨ ਵਰਤ ਜਿਹੜਾ ਆ ਪੂਰਾ ਹੋ ਕੇ ਜਾਂ ਮਰ ਗਿਆ ਹੋਵੇ, ਇਦਾਂ ਨਹੀਂ ਹੋਇਆ। ਉਹ ਇੱਕ ਟੈਕਨੀਕ ਹੈ, ਇੱਕ ਹਥਿਆਰ ਯੂਜ਼ ਕੀਤਾ ਲੋਕਾਂ ਨੂੰ ਡਰਾਉਣ ਦੇ ਲਈ। ਇਹ ਆਪਣੇ ਵਾਸਤੇ ਉਹਨੇ ਰਾਖਵਾਂ ਰੱਖਿਆ ਹੁੰਦਾ ਸੀ, ਇਹ ਉਹਦਾ ਆਖਰੀ ਹਥਿਆਰ ਹੁੰਦਾ ਸੀਗਾ। ਅੱਗੇ ਬਾਬਾ ਸਾਹਿਬ ਇਹ ਦੱਸਦੇ ਹੈਗੇ ਆ ਕਿ ਦੂਸਰੇ ਜਿਹੜੇ ਕਾਂਗਰਸ ਦੇ ਜਿਹੜੇ ਲੀਡਰ ਹੁੰਦੇ ਸੀ, ਉਹਨਾਂ ਨੂੰ ਇਸ ਹਥਿਆਰ ਨੂੰ ਯੂਜ਼ ਕਰਨ ਦੀ ਕੋਈ ਇਜਾਜ਼ਤ ਨਹੀਂ ਸੀ। ਇਹ ਸੈਪਰੇਟ ਰਾਖਵਾਂ ਹੁੰਦਾ ਸੀ, ਗਾਂਧੀ ਦੇ ਲਈ ਹੁੰਦਾ ਸੀਗਾ। ਹੁਣ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇਹਦੇ ਬਾਰੇ ਜਦੋਂ ਆਪਾਂ ਇਹ ਸੈਂਕਸ਼ਨਸ ਜਿਹੜੇ ਹੈਗੇ ਆ, ਇਹ ਜਿਹੜੇ ਹੁਕਮ ਜਿਹੜੇ ਹੈਗੇ ਆ ਕਾਂਗਰਸ ਨੇ ਜਾਰੀ ਕੀਤੇ ਪੂਰੇ ਭਾਰਤ ਦੇ ਵਿੱਚ, ਵੱਖਰੀ ਜਗ੍ਹਾ ਦੇ ਉੱਤੇ ਸਾਨੂੰ ਇਹਦੀਆਂ ਡੈਮੋਨਸਟ੍ਰੇਸ਼ਨ ਸਾਨੂੰ ਇਹ ਦੇਖਣੀਆਂ ਸ਼ੁਰੂ ਹੋਈਆਂ। ਲੋਕ ਇਹ ਚੀਜ਼ਾਂ ਨੂੰ, ਚਾਹੇ ਉਹ ਕੁਇਟ ਇੰਡੀਆ ਮੂਵਮੈਂਟਸ ਜਾਂ ਕੁਝ ਵੀ ਸੀਗਾ, ਉਹਦੇ ਵਿੱਚ ਤੁਸੀਂ ਦੇਖੋਗੇ ਥਾਂ ਗਾਂਧੀ ਦੇ ਬੰਦੇ, ਜਿਹੜੇ ਗਾਂਧੀ ਹੁਣੀ ਮਰਨ ਵਰਤ ਰੱਖ ਰਹੇ ਸੀ, ਜਾਂ ਉਹ ਸਿਵਲ ਡਿਸਓਬੀਡੀਐਂਸ ਕਰ ਰਹੇ ਸੀ, ਚਾਹੇ ਉਹ ਸੋਸ਼ਲ ਬਾਈਕਾਟ ਹੋ ਰਹੇ ਸੀ ਵੱਡੇ ਲੈਵਲ ਤੇ ਪੂਰੇ ਭਾਰਤ ਦੇ ਵਿੱਚ 1920 ਤੋਂ ਲੈ ਕੇ 1942 ਤੱਕ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲੀਆਂ। ਪਰ ਇਸ ਚੀਜ਼ ਨੇ ਕੀ ਆ, ਹਵਾ ਦੇ ਵਿੱਚ ਇਦਾਂ ਦਾ ਮਾਹੌਲ ਪੈਦਾ ਕੀਤਾ ਵੀ
ਬਈ ਲੋਕੀ ਇਹਨਾਂ ਦੇ ਵੱਲ ਆਕਰਸ਼ਿਤ ਹੋਏ ਕਿ ਗਾਂਧੀ ਜਿਹੜਾ ਆ ਜਾਂ ਕਾਂਗਰਸ ਜਿਹੜੀ ਆ ਭਾਰਤ ਦੀ ਆਜ਼ਾਦੀ ਦੇ ਲਈ ਕੋਈ ਲੜਾਈ ਲੜ ਰਹੀ ਹੈਗੀ ਆ। ਉਹਦਾ ਨਾਮ ਇਹਨਾਂ ਨੇ ਫਾਈਟ ਫॉर ਫਰੀडम ਰੱਖਿਆ, ਬਈ ਜਿਹੜੀ ਜਿਹੜੀ ਆਜ਼ਾਦੀ ਦੇ ਲਈ ਲੜਾਈ ਰੱਖਿਆ। ਕਹਿੰਦੇ ਵੀ ਜੇ ਪੁਰਾਣੀ ਕਾਂਗਰਸ ਹੁੰਦੀ ਨਾ, ਉਹ ਇੱਥੇ ਤੱਕ ਇਦਾਂ ਨਾ ਕਰਦੀ ਜੋ ਨਵੀਂ ਕਾਂਗਰਸ ਨੇ ਗਾਂਧੀ ਦੇ ਵਿੱਚ ਕੀਤਾ ਹੈਗਾ ਆ। ਤੇ ਹਮੇਸ਼ਾ ਹੀ ਇਹ ਜਿਹੜੇ ਹੁਕਮ ਜਿਹੜੇ ਹੈਗੇ ਕਾਂਗਰਸ ਨੇ ਜਾਰੀ ਕੀਤੇ ਸੀ, ਇਹਦੀ ਹਮੇਸ਼ਾ ਹੀ ਸਾਨੂੰ ਤਰਦਾਸਤੀ ਜਿਹੜੀ ਆ ਉਹ ਰਹਿਣੀ ਹੈਗੀ ਆ। ਕਹਿੰਦੇ ਵੀ ਕਿਉਂਕਿ ਇਹਨਾਂ ਨੇ ਜਿਹੜੇ ਇਹ ਉੱਪਰ ਹੁਕਮ ਜਾਰੀ ਕੀਤੇ ਵੀ ਅਸੀਂ ਬਾਈਕਾਟ ਕਰ ਦੇਣਾ, ਅਸੀਂ ਸਮਾਜਿਕ ਤੌਰ ਤੇ ਬਾਈਕਾਟ ਕਰ ਦੇਣਾ, ਜਾਂ ਅਸੀਂ ਹੁਕਮੰਦੂਲੀ ਕਰਨੀ ਆ, ਉਹ ਇਸ ਤਰੀਕੇ ਤੱਕ ਚਲੇ ਗਏ ਸੀ ਕਿ ਭਾਰਤ ਦੀ ਜਿਹੜੀ ਵੰਡ ਹੈਗੀ ਆ ਉਹ 42 39 40 ਤੱਕ ਫਾਈਨਲ ਹੋ ਗਈ ਸੀ ਭਾਰਤ ਦੀ ਵੰਡ। ਇਸ ਚੀਜ਼ ਨੇ ਮੁਸਲਮਾਨਾਂ ਨੂੰ ਅੱਡ ਕਰ ਦਿੱਤਾ ਸੀ। ਮੁਸਲਮਾਨਾਂ ਨੇ ਕਹਿੰਦੇ ਵੀ ਮੁਸਲਮਾਨਾਂ ਨੇ ਇਹਦੇ ਵਿੱਚ ਹਿੱਸਾ ਨਹੀਂ ਲਿਆ, ਪਰ ਥੋੜੇ ਸਮੇਂ ਲਈ ਲਿਆ ਸੀ। ਜਦੋਂ ਖਿਲਾਫਤ ਮੂਵਮੈਂਟ ਚੱਲੀ ਸੀ ਉਦੋਂ ਮੁਸਲਮਾਨਾਂ ਨੇ ਇਹਦਾ ਹਿੱਸਾ ਜ਼ਰੂਰ ਲਿਆ ਸੀਗਾ, ਪਰ ਅਦਰ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਆ, ਜਿੱਦਾਂ ਕਿ ਅਛੂਤ, ਖਾਸ ਕਰਕੇ ਜਿਹੜੇ ਅਛੂਤ ਹੈਗੇ ਆ, ਉਹ ਕਦੀ ਵੀ ਗਾਂਧੀ ਦੀ ਜਿਹੜੀ ਆਜ਼ਾਦੀ ਦੀ ਲੜਾਈ ਹੈਗੀ ਆ ਉਹਦਾ ਕਦੀ ਹਿੱਸਾ ਨਹੀਂ ਬਣੇ। ਇਸੇ ਕਰਕੇ ਕਾਂਗਰਸ ਨੇ ਇਹ ਗੱਲ ਫੈਲਾਉਣੀ ਸ਼ੁਰੂ ਕੀਤੀ ਹੈਗੀ ਆ ਕਿ ਇਹ ਗੋਰਿਆਂ ਦੇ ਜਿਹੜੇ ਆ ਇਹ ਹਥਿਆਰ ਆ, ਚਮਚੇ ਆ, ਛੱਲੇ ਆ। ਸੋ ਇਸ ਚੀਜ਼ ਨੂੰ ਹੀ ਬਾਬਾ ਸਾਹਿਬ ਇਹਨੂੰ ਐਕਸਪਲੇਨ ਕਰ ਰਹੇ ਹੈਗੇ। ਕਹਿੰਦੇ ਵੀ ਕੁਝ ਜਿਹੜੇ ਅਛੂਤਾਂ ਦੇ ਵਿੱਚੋਂ ਜ਼ਰੂਰ ਗਾਂਧੀ ਦੇ ਨਾਲ ਜੁਆਇਨ ਹੋਏ ਆ, ਪਰ ਉਹ ਕਮਿਊਨਿਟੀ ਦੇ ਲਈ ਨਹੀਂ, ਉਹ ਕਮਿਊਨਿਟੀ ਨਾਲੋਂ ਅੱਡ ਹੋ ਕੇ ਆਪਣੇ ਪਰਸਨਲ ਲਾਭ ਦੇ ਲਈ ਉਹ ਜ਼ਰੂਰ ਜੁਆਇਨ ਹੋਏ ਆ। ਕਹਿੰਦੇ ਵੀ ਜਿਹੜੀ ਕੁਇਟ ਇੰਡੀਆ ਮੂਵਮੈਂਟ ਜਦੋਂ ਰੈਜ਼ੋਲੂਸ਼ਨ ਪਾਸ ਕੀਤੀ ਗਈ, ਕੁਇਟ ਇੰਡੀਆ ਮੂਵਮੈਂਟ ਜਦੋਂ ਚੱਲ ਰਹੀ ਸੀਗੀ, ਰੈਜ਼ੋਲੂਸ਼ਨ ਜਿਹੜੀ ਆ ਅਗਸਤ 1942 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ, ਰੈਜ਼ੋਲੂਸ਼ਨ ਪਾਸ ਕੀਤੀ ਗਈ ਸੀ। ਉਸ ਤੋਂ ਬਾਅਦ ਜਿਹੜੀ ਆ ਇਹ ਫਾਈਟ ਫॉर ਫਰੀडम, ਆਜ਼ਾਦੀ ਦੇ ਲਈ ਲੜਾਈ ਜਿਹੜੀ ਆ ਇਹ ਚੱਲਣੀ ਸ਼ੁਰੂ ਹੋਈ ਹੈਗੀ ਆ। ਤੇ ਕਹਿੰਦੇ ਗੋਰਿਆਂ ਦੇ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਆ, ਜਿਹੜੇ ਬਾਹਰਲੇ ਲੋਕ ਹੈਗੇ ਆ, ਵਿਦੇਸ਼ੀ ਲੋਕ ਹੈਗੇ ਆ, ਕਿ ਕਿੱਦਾਂ ਮਤਲਬ ਕਿ ਇੱਕ ਗੰਭੀਰ ਤੱਥ ਆ ਇਸ ਗੱਲ ਦਾ ਕਿ ਭਾਰਤ ਦੀ ਜਿਹੜੀ ਅੱਧੀ ਪਾਪੂਲੇਸ਼ਨ ਆ, ਉਹਦੇ ਨਾਲੋਂ ਵੀ ਜ਼ਿਆਦਾ ਜਿਹੜੇ ਲੋਕ ਹੈਗੇ ਆ ਉਹ ਇਸ ਮੂਵਮੈਂਟ ਦਾ, ਇਸ ਕਾਂਗਰਸ ਦੀ ਜਿਹੜੀ ਇਹ ਮੂਵਮੈਂਟ ਚਲਾਈ ਜਾ ਰਹੀ ਸੀ ਉਹਦਾ ਹਿੱਸਾ ਨਹੀਂ ਬਣੇ। ਕਹਿੰਦੇ ਇਹ ਤਾਂ ਹੈਰਾਨ ਕਰਨ ਵਾਲੀ ਗੱਲ ਹੈਗੀ ਆ। ਕਹਿੰਦੇ ਪਰ ਕੁਐਸਚਨ ਇਹ ਖੜਾ ਹੁੰਦਾ ਕਿ ਜਿਹੜੇ ਮੁਸਲਮਾਨ ਹੈਗੇ ਆ, ਕ੍ਰਿਸਚਨ ਹੈਗੇ ਆ, ਜਿਹੜੇ ਇਹ ਇਸ ਮੂਵਮੈਂਟ ਦਾ ਹਿੱਸਾ ਕਿਉਂ ਨਹੀਂ ਬਣੇ, ਇਸ ਆਜ਼ਾਦੀ ਦੀ ਅੰਦੋਲਨ ਦਾ ਹਿੱਸਾ ਕਿਉਂ ਨਹੀਂ ਬਣੇ? ਇਸ ਦੇ ਕੋਲ ਇਹਦਾ ਰੈਡੀਮੇਡ ਆਨਸਰ ਹੈਗਾ ਆ। ਜੇ ਕੋਈ ਫੋਰਨਰ ਜਾਂ ਕੋਈ ਸਟ੍ਰੇਂਜਰ, ਕੋਈ ਅਜਨਬੀ ਇਸ ਚੀਜ਼ ਬਾਰੇ ਪੁੱਛਦਾ ਆ ਵੀ ਜਿਹੜੇ ਮੁਸਲਮਾਨ ਆ ਭਾਰਤ ਦੇ, ਕ੍ਰਿਸਚਨ ਜਿਹੜੇ ਹੈਗੇ ਆ ਜਾਂ ਅਛੂਤ ਹੈਗੇ ਆ, ਇਹ ਆਜ਼ਾਦੀ ਦੀ ਲੜਾਈ ਦਾ ਹਿੱਸਾ ਕਿਉਂ ਨਹੀਂ ਹੈ? ਕਹਿੰਦੇ ਉਹਨਾਂ ਦੇ ਕੋਲ, ਕਾਂਗਰਸ ਦੇ ਕੋਲ ਇਹਦਾ ਰੈਡੀਮੇਡ ਆਨਸਰ ਹੈਗਾ ਆ। ਉਹ ਆਨਸਰ ਕੀ ਹੈਗਾ ਆ? ਕਹਿੰਦੇ ਵੀ ਉਹ ਕਹਿੰਦੇ ਹੈਗੇ ਆ ਕਿ ਜਿਹੜੇ ਅਛੂਤ ਹੈਗੇ ਆ ਉਹ ਇਸ ਕਰਕੇ ਆਜ਼ਾਦੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਅੰਦੋਲਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਕਿਉਂਕਿ ਇਹ ਗੋਰਿਆਂ ਦੇ ਜਿਹੜੇ ਆ ਉਹ ਚਮਚੇ ਆ, ਤੇ ਉਹ ਇਸ ਜਿਹੜੀ ਫਾਈਟ ਫॉर ਫਰੀडम ਆ, ਆਜ਼ਾਦੀ ਦੀ ਲੜਾਈ, ਉਹਦੇ ਵਿੱਚ ਅੜਿੱਕਾ ਬਣੇ ਹੋਏ ਹੈਗੇ ਆ। ਇਹੀ ਜਿਹੜੀ ਆਵਾਜ਼ ਆ ਉਹ ਦੂਰ ਦੂਰ ਤੱਕ ਦੁਨੀਆ ਦੇ ਵੱਖਰੇ ਵੱਖਰੇ ਕੋਨਿਆਂ ਤੱਕ ਗਈ, ਗੋਰਿਆਂ ਨੇ ਸੁਣਿਆ, ਤੇ ਗੋਰਿਆਂ ਦੇ ਦਿਮਾਗਾਂ ਦੇ ਵਿੱਚ ਇਹ ਚੀਜ਼ ਬੈਠ ਗਈ, ਫੋਰਨਰਸ ਦੇ ਦਿਮਾਗਾਂ ਦੇ ਵਿੱਚ ਬੈਠ ਗਈ ਕਿ ਜਿਹੜੇ ਅਛੂਤ ਹੈਗੇ ਆ ਉਹ ਜਿਹੜੇ ਆ ਗੋਰਿਆਂ ਦੇ ਜਿਹੜੇ ਚਮਚੇ ਆ, ਇਸ ਕਰਕੇ ਉਹ ਗਾਂਧੀ ਦੀ ਜਿਹੜੀ ਆਜ਼ਾਦੀ ਦੀ ਲੜਾਈ ਆ ਉਹ ਕਹਿੰਦੇ ਵੀ ਉਹਦਾ ਹਿੱਸਾ ਨਹੀਂ ਬਣ ਰਹੇ ਹੈਗੇ। ਤੇ ਇਸ ਤੋਂ ਬਾਅਦ ਬਾਬਾ ਸਾਹਿਬ ਕਹਿੰਦੇ ਹੈਗੇ ਕਿ ਇਹ ਟੋਟਲੀ ਬਚਕਾਨਾ ਜੀ ਗੱਲ ਹੈਗੀ ਆ ਜਿਹੜੀ ਕਾਂਗਰਸ ਦੱਸ ਰਹੀ ਹੈਗੀ ਕਿ ਵੀ ਜਿਹੜੀ ਅਛੂਤ ਜਿਹੜੇ ਆ ਉਹ ਆਜ਼ਾਦੀ ਦੀ ਲੜਾਈ ਦਾ ਹਿੱਸਾ ਨਹੀਂ ਬਣ ਰਹੇ ਹੈਗੇ। ਇਹ ਟੋਟਲੀ ਬਚਕਾਨਾ ਜੀ ਗੱਲ ਹੈਗੀ ਆ ਕਾਂਗਰਸ ਦੀ। ਕਹਿੰਦੇ ਇਹਦੇ ਵਿੱਚ ਮੈਨੂੰ ਇਹ ਦੱਸਣਾ ਪੈਣਾ ਹੈਗਾ ਆ ਬਈ, ਕਹਿੰਦੇ ਵੀ ਮੈਨੂੰ ਇਹ ਗੱਲ ਐਕਸਪਲੇਨ ਕਰਨਾ ਪੈਣਾ ਆ ਵੀ ਅਸੀਂ ਕਿਉਂ ਹਿੱਸਾ ਨਹੀਂ ਬਣ ਰਹੇ ਹੈਗੇ। ਕਹਿੰਦੇ ਵੀ ਬਹੁਤ ਜ਼ਰੂਰੀ ਆ ਇਸ ਸਿਚੁਏਸ਼ਨ ਨੂੰ ਐਕਸਪਲੇਨ ਕਰਨਾ, ਇੱਥੇ ਉਹਦਾ ਵਿਸ਼ੇਸ਼ਣ ਕਰਨਾ, ਤਾਂ ਕਿ ਜਿਹੜੀ ਇੱਕ ਗਲਤ ਧਾਰਨਾਵਾਂ ਜਿਹੜੀਆਂ ਅਛੂਤਾਂ ਦੇ ਦਿਮਾਗਾਂ ਦੇ ਅਛੂਤਾਂ ਦੇ ਲਈ ਲੋਕਾਂ ਦੇ ਦਿਮਾਗਾਂ ਦੇ ਵਿੱਚ ਪਾਈਆਂ ਗਈਆਂ ਹੈਗੀਆਂ ਆ, ਉਹਨੂੰ ਅਸੀਂ ਗਲਤ ਸਿੱਧ ਕਰ ਸਕੀਏ। ਕਹਿੰਦੇ ਜਿਹੜੀ ਅਛੂਤ ਹੈਗੇ ਆ ਉਹ ਕਦੀ ਵੀ ਜਿਹੜੇ ਆ ਆਜ਼ਾਦੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਡਰ ਇਹ ਆ ਕਿ ਆਜ਼ਾਦ ਹੋਣ ਤੋਂ ਬਾਅਦ ਅਸੀਂ ਫਿਰ ਦੁਬਾਰਾ ਜਿਹੜੇ ਹਿੰਦੂ ਹਕੂਮਤ ਹੈਗੀ ਆ ਉਹਦੇ ਥੱਲੇ ਚਲੇ ਜਾਵਾਂਗੇ, ਉਹਦੇ ਵਿੱਚ ਸਾਡੀਆਂ ਜਿਹੜੀਆਂ ਉਮੀਦਾਂ, ਜ਼ਿੰਦਗੀ ਦੀਆਂ ਉਮੀਦਾਂ ਆ, ਆਜ਼ਾਦੀ ਆ, ਉਹਦਾ ਗਲਾ ਘੁੱਟਿਆ ਜਾਣਾ ਹੈਗਾ ਆ। ਭਾਵ ਕਿ ਜਦੋਂ ਸਾਨੂੰ ਗੋਰਿਆਂ ਨੇ ਆਜ਼ਾਦ ਕਰਨਾ ਆ ਤੇ ਜਿਹੜੇ ਹਿੰਦੂ ਡੋਮੀਨੈਂਟ ਹੈਗੇ ਆ, ਹਿੰਦੂ ਹਕੂਮਤ ਹੈਗੀ ਆ, ਉਹਨੇ ਸਾਨੂੰ ਫਿਰ ਗੁਲਾਮ ਬਣਾ ਲੈਣਾ। ਇਸ ਕਰਕੇ ਜਿਹੜੇ ਅਛੂਤ ਆ ਉਹ ਡਰੇ ਹੋਏ ਆ ਵੀ ਜੇ ਭਾਰਤ ਨੂੰ ਗੋਰੇ ਛੱਡ ਕੇ ਚਲੇ ਜਾਂਦੇ ਆ, ਜੇ ਅਸੀਂ ਕਾਂਗਰਸ ਦੇ ਨਾਲ ਲੱਗ ਕੇ ਅਸੀਂ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਅਸੀਂ ਜੰਗ ਲੜਦੇ ਆ ਤੇ ਅਸੀਂ ਦੁਬਾਰਾ ਗੋਰਿਆਂ ਚੋਂ ਨਿਕਲ ਕੇ ਅਸੀਂ ਆਪਣੇ ਹਿੰਦੂਆਂ ਦਾ ਅਸੀਂ ਗੁਲਾਮ ਹੋਵਾਂਗੇ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜੀ
ਜਿਹੜੀ ਜਸਟੀਫਿਕੇਸ਼ਨ ਅਛੂਤ ਦੇ ਰਹੇ ਹੈਗੇ ਆ ਕਿ ਅਸੀਂ ਜਿਹੜੀ ਕਾਂਗਰਸ ਦੀ ਫਰੀडम ਆਫ ਫਾਈਟ ਹੈਗੀ ਆ, ਫਾਈਟ ਫॉर ਫਰੀडम ਹੈਗੀ ਆ, ਉਹਦਾ ਹਿੱਸਾ ਨਹੀਂ ਬਣਨਾ ਹੈਗਾ। ਕੋਈ ਜ਼ਰੂਰ ਜਿਹੜੇ ਅਛੂਤ ਹੈਗੇ ਆ ਉਹਨਾਂ ਦੇ ਕੋਲ ਲੌਜੀਕਲ ਆਨਸਰ ਹੈਗਾ ਇਹਦਾ, ਉਹਦੇ ਪਿੱਛੇ ਤਰਕ ਆ, ਉਹਦੇ ਪਿੱਛੇ ਕੋਈ ਨਾ ਕੋਈ ਤਰਕ ਜ਼ਰੂਰ ਆ, ਉਹਦੇ ਪਿੱਛੇ ਕੁਛ ਨਾ ਕੁਛ ਸੱਚਾਈ ਆ, ਹਨਾ। ਤੇ ਹੁਣ ਅੱਗੇ ਬਾਬਾ ਸਾਹਿਬ ਇਹਦੇ ਵਿੱਚ ਦੱਸਦੇ ਹੈਗੇ ਆ ਕਿ ਵੀ ਜਿਹੜਾ ਆਜ਼ਾਦੀ ਤੋਂ ਬਾਅਦ ਜਿਹੜਾ ਗੋਰੇ ਜਦੋਂ ਭਾਰਤ ਛੱਡਣ ਦੀ ਗੱਲ ਕਰ ਰਹੇ ਹੈਗੇ ਆ, ਜਾਂ ਗਾਂਧੀ ਆਪਣੇ ਸਵਰਾਜ ਦੀ ਗੱਲ ਕਰ ਰਿਹਾ ਹੈਗਾ ਆ, ਉਹ ਸਵਰਾਜ ਤੋਂ ਬਾਅਦ ਹਿੰਦੂ ਰਾਜ ਸਥਾਪਿਤ ਹੋਣਾ ਆ। ਹਿੰਦੂ ਰਾਜ ਦੇ ਵਿੱਚ ਬਾਣੀਆਂ ਤੇ ਬ੍ਰਾਹਮਣ ਦਾ ਰਾਜ ਹੋਣਾ ਆ। ਤੇ ਜਿਹੜੇ ਲੋਕ ਆਵਾਜ਼ ਦੀ ਘੱਟ ਬਾਅਦ ਕਹਿੰਦੇ ਵੀ ਜਿਹੜਾ ਰਾਜ ਗੋਰਿਆਂ ਨੇ ਛੱਡਣਾ ਹੈਗਾ ਆ, ਜਿਹਨੂੰ ਲੈਣ ਦੇ ਲਈ ਹਿੰਦੂ ਕਾਹਲੇ ਹੋਏ ਆ, ਉਸ ਰਾਜ ਦੇ ਵਿੱਚ ਜਿਹੜੀ ਹਕੂਮਤ ਹੋਣੀ ਆ ਉਹ ਬਾਣੀਏ ਤੇ ਬ੍ਰਾਹਮਣ ਦੀ ਹੋਣੀ ਆ। ਤੇ ਉਹਦੇ ਵਿੱਚ ਜਿਹੜੇ ਛੋਟੀ ਕਲਾਸ ਦੇ ਹਿੰਦੂ ਹੈਗੇ ਆ ਉਹ ਪੁਲਿਸ ਕਰਮਚਾਰੀ ਹੋਣਗੇ। ਤੇ ਇਹ ਉਹੀ ਲੋਕ ਆ ਜਿਹੜੇ ਅਛੂਤਾਂ ਦੇ ਸਦੀਆਂ ਤੋਂ ਪੁਸ਼ਤੈਨੀ ਤੌਰ ਦੇ ਉੱਤੇ ਦੁਸ਼ਮਣ ਬਣੇ ਆ ਰਹੇ ਹੈਗੇ ਆ। ਸੋ ਸਾਨੂੰ ਇਹ ਡਰ ਆ ਕਿ ਜਦੋਂ ਤੁਸੀਂ ਏਦਾਂ ਹੀ ਛੱਡ ਜਾਣਾ ਰਾਜ ਸਵਰਾਜ, ਜਾਂ ਆਜ਼ਾਦੀ ਤੋਂ ਬਾਅਦ ਅਸੀਂ ਗੋਰਿਆਂ ਦੇ ਗੋਰਿਆਂ ਨੇ ਜਦੋਂ ਭਾਰਤ ਨੂੰ ਛੱਡ ਜਾਣਾ ਤੇ ਅਸੀਂ ਹਿੰਦੂਆਂ ਦੇ ਗੁਲਾਮ ਹੋਵਾਂਗੇ ਦੁਬਾਰਾ। ਕਹਿੰਦੇ ਵੀ ਹੁਣ ਇਹਨੂੰ ਫਿਰ ਬਾਬਾ ਸਾਹਿਬ ਅੱਗੇ ਐਕਸਪਲੇਨ ਕਰਦੇ, ਕਹਿੰਦੇ ਵੀ ਅਛੂਤ ਜਿਹੜੇ ਆ ਨਾ, ਉਹ ਆਜ਼ਾਦੀ ਜਿਹੜੀ ਆ ਉਹ ਚਾਹੁੰਦੇ ਆ ਕਿ ਅਸੀਂ ਗੋਰਿਆਂ ਤੋਂ ਆਜ਼ਾਦ ਹੋਈਏ, ਪਰ ਜਿਹੜਾ ਬ੍ਰਿਟਿਸ਼ ਇੰਪੀਰੀਅਲਿਜ਼ਮ ਹੈਗਾ ਆ, ਸਾਮਰਾਜਵਾਦ ਹੈਗਾ ਆ, ਉਹ ਇਦਾਂ ਦੀ ਸਿਚੁਏਸ਼ਨ ਭਾਰਤ ਦੇ ਵਿੱਚ ਬਣਾ ਕੇ ਜਾਵੇ, ਉਹ ਭਾਰਤ ਨੂੰ ਇਕੱਲਾ ਫ੍ਰੀ ਨਾ ਛੱਡ ਕੇ ਜਾਵੇ, ਪਰ ਉਹ ਡੈਮੋਕ੍ਰੇਸੀ ਦੇ ਲਈ, ਗਣਤੰਤਰ ਦੇ ਲਈ ਉਹ ਸੇਫ ਛੱਡ ਕੇ ਜਾਵੇ। ਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਜਿਹੜੇ ਮਾਈਨੋਰਿਟੀ ਕਮਿਊਨਿਟੀਜ਼ ਹੈਗੀਆਂ ਆ, ਉਹ ਇਹ ਚਾਹੁੰਦੀਆਂ ਹੈਗੀਆਂ ਆ ਕਿ ਜਿਹੜੀ ਹਿੰਦੂ ਕਮਿਊਨਿਟੀ ਆ ਮੈਜੋਰਿਟੀ ਦੇ ਵਿੱਚ ਆ, ਉਹਦੇ ਦਇਆ ਦੇ ਥੱਲੇ ਅਸੀਂ ਨਾ ਰਹੀਏ। ਕੁਝ ਸੰਵਿਧਾਨ ਦੇ ਵਿੱਚ ਇਸ ਤਰੀਕੇ ਦਾ ਗਠਨ ਕੀਤਾ ਜਾਵੇ, ਸੰਵਿਧਾਨ ਦੇ ਵਿੱਚ ਇਦਾਂ ਦੀਆਂ ਅਮੈਂਡਮੈਂਟ ਜਾਂ ਸੰਵਿਧਾਨ ਦੇ ਵਿੱਚ ਸਾਨੂੰ ਇਦਾਂ ਦੇ ਸੇਫਗਾਰਡ, ਸਾਨੂੰ ਹਿਫਾਜ਼ਤ ਦਿੱਤੀ ਜਾਵੇ ਤਾਂ ਕਿ ਜਿਹੜੇ ਹਿੰਦੂ ਅਪਰ ਕਾਸਟ ਲੋਕ ਹੈਗੇ ਆ ਉਹਨਾਂ ਦੇ ਦੰਦ ਜਿਹੜੇ ਆ ਕੱਟੇ ਜਾਣ, ਤਾਂ ਕਿ ਉਹ ਭਾਰਤ ਦੀ ਡੈਮੋਕ੍ਰੇਸੀ ਦੇ ਲਈ ਖਤਰਾ ਨਾ ਬਣ। ਕਹਿੰਦੇ ਸਾਨੂੰ ਸਿਰਫ ਇਸ ਗੱਲ ਦਾ ਖਤਰਾ ਆ ਵੀ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਹਿੰਦੂ ਜਿਹੜੀ ਮੈਜੋਰਿਟੀ ਹੈਗੀ ਉਹ ਕੱਲ ਨੂੰ ਡੈਮੋਕ੍ਰੇਸੀ ਦੇ ਲਈ ਖਤਰਾ ਪੈਦਾ ਕਰ ਦੇਵੇ। ਫਿਰ ਅੱਗੇ ਦੱਸਦੇ ਹੈਗੇ ਕਿ ਅਨਟੱਚੇਬਲ ਜਿਹੜੇ ਹੈਗੇ ਆ ਉਹ ਹਿਫਾਜ਼ਤ ਚਾਹੁੰਦੇ ਹੈਗੇ ਕਨਸਟੀਟਿਊਸ਼ਨ ਦੇ ਵਿੱਚ, ਕਿ ਜਿਹੜੇ ਹਿੰਦੂ ਕਮਿਊਨਿਟੀ ਜੇ ਉਹ ਜ਼ਬਰ ਜ਼ੁਲਮ ਕਰਨ, ਉਹਦੀਆਂ ਜਿਹੜੀਆਂ ਰੀਡਰੈਸ ਹੈ, ਉਹਦੀ ਸੁਣਵਾਈ ਜਿਹੜੀ ਆ ਕਨਸਟੀਟਿਊਸ਼ਨ ਦੇ ਆਧਾਰ ਦੇ ਉੱਤੇ ਹੋਵੇ। ਇਹ ਅਛੂਤਾਂ ਦੀ ਮੰਗ ਹੈਗੀ ਆ। ਤੇ ਕਾਂਗਰਸ ਜਿਹੜੇ ਆ ਵੀ ਸਾਨੂੰ ਚਾਹੀਦਾ ਉਹ ਬ੍ਰਿਟਿਸ਼ ਤੋਂ ਹੋਰ ਕੁਛ ਨਹੀਂ ਚਾਹੀਦਾ, ਪਰ ਅਛੂਤ ਜਿਹੜੇ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਕਹਿੰਦੇ ਹੁਣ ਕੁਐਸਚਨ ਇਹ ਖੜਾ ਹੁੰਦਾ ਆ ਵੀ ਜਿਹੜੀ ਕਾਂਗਰਸ ਹੈਗੀ ਆ ਉਹ ਸਿਰਫ ਇਹੀ ਚਾਹੁੰਦੀ ਆ ਵੀ ਭਾਰਤ ਚਾਹੀਦਾ ਆ। ਉਹ ਇਹ ਨਹੀਂ ਸੋਚ ਰਹੀ ਹੈਗੀ ਕਿ ਆਜ਼ਾਦ ਹੋਣ ਤੋਂ ਬਾਅਦ ਜਿਹੜੀ ਭਾਰਤ ਵਿੱਚ ਪ੍ਰੋਬਲਮ ਆਉਣੀ ਆ ਉਹ ਕਿੱਦਾਂ ਦੀ ਪ੍ਰੋਬਲਮ ਹੋਣੀ ਆ। ਜਦੋਂ ਮੈਂ ਉਹਨਾਂ ਨੂੰ ਇਹ ਪੁੱਛਦਾ ਆ ਵੀ ਭਾਰਤ ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ ਦਾ ਹੋਣਾ ਹੈਗਾ ਆ, ਤੇ ਉਹ ਸਿਰਫ ਬਾਲਕ ਮਤ ਅਧਿਕਾਰ ਦੇ ਨਾਲ ਡੈਮੋਕ੍ਰੇਸੀ ਪੈਦਾ ਨਹੀਂ ਹੋਣੀ। ਪਰ ਜਦੋਂ ਮੈਂ ਉਹਨਾਂ ਨੂੰ ਇਹ ਪੁੱਛਦਾ ਆ ਕਿ ਸਾਡੇ ਲਈ ਹਿਫਾਜ਼ਤ ਦੇ ਲਈ ਉਹਦਾ ਕੀ ਰੋਕਥਾਮ ਹੋਣੀ ਹੈਗੀ ਆ, ਜੇ ਅਛੂਤਾਂ ਦੇ ਉੱਤੇ ਜੇ ਅਤਿਆਚਾਰ ਹੁੰਦੇ ਆ ਆਜ਼ਾਦ ਭਾਰਤ ਦੇ ਵਿੱਚ, ਜੀ ਹਿੰਦੂ ਕਮਿਊਨਿਟੀ ਆ, ਹਿੰਦੂ ਫਿਰਕੂਵਾਦੀ ਜਿਹੜੇ ਲੋਕ ਹੈਗੇ ਆ, ਜੇ ਉਹ ਸਾਡਾ ਹਨਨ ਕਰਨਗੇ, ਸਾਡੇ ਦੇ ਅਧਿਕਾਰਾਂ ਦਾ ਹਨਨ ਕਰਨਗੇ, ਉਹਨਾਂ ਨੂੰ ਰੀਡਰੈਸ ਕਰਨ ਦੀ, ਉਹਨਾਂ ਦੀ ਸੁਣਵਾਈ ਕਰਨ ਦੇ ਲਈ ਕੀ ਤੁਹਾਡੇ ਕੋਲ ਪ੍ਰਬੰਧ ਹੋਣਗੇ ਕਿ ਨਹੀਂ ਹੋਣਗੇ? ਤੇ ਕਾਂਗਰਸ ਕੋਲ ਇਹਦਾ ਕੋਈ ਜਵਾਬ ਨਹੀਂ ਆਉਂਦਾ ਨਹੀਂ ਹੈਗਾ। ਕਹਿੰਦੇ ਕਾਂਗਰਸ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ। ਕਹਿੰਦੇ ਕਾਂਗਰਸ ਕੋਲ ਇੱਕ ਆਪਣਾ ਆਧਾਰ ਆ ਇਹਨੂੰ ਅਪੋਜ਼ ਕਰਨ ਦਾ, ਉਹ ਕੀ ਆ? ਕਹਿੰਦੇ ਜਦੋਂ ਉਹਨਾਂ ਨੂੰ ਇਹ ਪੁੱਛਦੇ ਆ ਵੀ ਤੁਸੀਂ ਅਛੂਤਾਂ ਦੇ ਜਿਹੜੇ ਹਿਫਾਜ਼ਤ ਆ, ਜਿਹੜੇ ਸੇਫਗਾਰਡ ਹੈਗੇ ਆ ਕਨਸਟੀਟਿਊਸ਼ਨ ਦੇ ਵਿੱਚ ਅਸੀਂ ਮੰਗ ਕਰਦੇ ਆ, ਉਹਦਾ ਵਿਰੋਧ ਕਾਹਦੇ ਕਰਦੇ ਆ? ਕਹਿੰਦੇ ਕਾਂਗਰਸ ਕਹਿੰਦੀ ਆ ਕਿ ਜਿਹੜਾ ਦੇਸ਼ ਆ ਉਹਨੂੰ ਡਿਵਾਈਡ ਕਰਦਾ ਹੈਗਾ ਆ। ਜਿਹੜੀ ਇਹ ਅਛੂਤਾਂ ਦੇ ਵੱਖਰੇ ਸੇਫਗਾਰਡ ਹੈਗੇ ਆ, ਇਹ ਸਾਡੇ ਰਾਸ਼ਟਰ ਨੂੰ ਦੇ ਲਈ ਖਤਰਾ ਆ, ਸਾਡੇ ਰਾਸ਼ਟਰ ਨੂੰ ਇਹ ਵੰਡੀਆਂ ਦੇ ਵਿੱਚ ਪਾਉਂਦਾ ਹੈਗਾ ਆ। ਕਹਿੰਦੇ ਵੀ ਫਿਰ ਅਛੂਤ ਕੀ ਕਹਿੰਦੇ ਹੈਗੇ ਆ ਵੀ ਇਹ ਟੋਟਲੀ ਬੇਵਕੂਫਾਂ ਵਾਲਾ ਜਿਹੜਾ ਉਹਨਾਂ ਦਾ ਜਿਹੜਾ ਇਹ ਆਰਗੂਮੈਂਟ ਹੈਗਾ ਆ, ਜਵਾਬ ਹੈਗਾ ਆ।
ਕਹਿੰਦੇ ਵੀ ਅਸੀਂ ਅਛੂਤ ਜਿਹੜੇ ਆ ਉਹ ਇਹ ਚਾਹੁੰਦੇ ਹੈਗੇ ਆ ਕਿ ਜਿਹੜਾ ਇੰਡੀਆ ਦੀ ਸਮਾਜਿਕ ਜ਼ਿੰਦਗੀ ਆ ਉਹਦਾ ਬਹੁਤ ਚੰਗੇ ਤਰੀਕੇ ਦੇ ਨਾਲ ਨਿਰੀਖਣ ਕਰਨ ਦੀ ਲੋੜ ਹੈਗੀ ਆ। ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਦਰਜ ਕਰਨ ਦੀ ਲੋੜ ਹੈਗੀ ਆ, ਕਿਉਂਕਿ ਇਹਦੇ ਇੱਥੋਂ ਕੋਈ ਵੀ ਬਚ ਕੇ ਨਹੀਂ ਜਾ ਸਕਦਾ। देयर इज नो escape, we have to readdress it। ਸਾਨੂੰ ਇੱਥੇ ਉਹਦਾ ਜਿਹੜਾ ਆ ਸਮੀਖਿਆ ਉਹਦੀ ਕਰਨੀ ਹੀ ਪੈਣੀ ਹੈਗੀ ਆ। ਹੁਣ ਇਹਦੇ ਵਿੱਚ ਦੱਸਦੇ ਹੈਗੇ ਆ ਕਿ ਇੰਡੀਆ ਦੇ ਵਿੱਚ ਕੀ ਗੱਲ ਹੈਗੀ ਆ ਵੀ ਇੰਡੀਆ ਵਿੱਚ ਜਿਹੜੀਆਂ ਕਮਿਊਨਿਟੀ ਆ ਨਾ, ਫਿਰਕੂਵਾਦੀ ਲੋਕ ਹੈਗੇ ਆ, ਉਹ ਕਹਿੰਦੇ ਹੈਗੇ ਕਿ ਜਿਹੜਾ ਆਪਸੀ ਉਹਨਾਂ ਦੇ ਜਿਹੜੇ ਇੱਕ ਸਮਾਜ ਦਾ ਦੂਸਰੇ ਸਮਾਜ ਦਾ ਜਿਹੜਾ ਲੈਣ ਦੇਣ ਹੈਗੀ ਆ ਉਹਦੇ ਵਿੱਚ ਬਹੁਤ ਪ੍ਰੋਬਲਮ ਹੈਗੀ ਆ। ਉਹਦੇ ਵਿੱਚ ਊਚ ਨੀਚ ਹੈਗੀ ਆ, ਜਾਤ ਪਾਤ ਹੈਗੀ ਆ, ਤੇ ਉਹਨਾਂ ਦਾ ਜਿਹੜਾ ਇੱਕ ਦੂਸਰੇ ਪ੍ਰਤੀ ਸੋਚਣ ਦਾ ਨਜ਼ਰੀਆ ਉਹ ਠੀਕ ਨਹੀਂ ਹੈਗਾ। ਇੱਕ ਦੂਜੇ ਦੇ ਨਾਲ ਪ੍ਰੈਜੁਡਿਸ ਕਰਦੇ ਆ, ਉਹ ਪੱਖਪਾਤ ਕਰਦੇ ਆ। ਇਹ ਚੀਜ਼ਾਂ ਜਦ ਤੱਕ ਅਸੀਂ ਆਪਣੇ ਸਮਾਜ ਵਿੱਚ ਆਪਣੇ ਦਿਮਾਗ ਦੇ ਵਿੱਚ ਨਹੀਂ ਰੱਖਦੇ, ਇਹਨਾਂ ਨੂੰ ਅਸੀਂ ਚੱਜ ਨਾਲ ਇਹ ਚੀਜ਼ਾਂ ਨੂੰ ਅਸੀਂ ਉਹਦਾ ਨਿਰੀਖਣ ਨਹੀਂ ਕਰਦੇ, ਉਦੋਂ ਤੱਕ ਅਸੀਂ ਕਨਸਟੀਟਿਊਸ਼ਨ ਦੇ ਵਿੱਚ ਸਹੀ ਤਰੀਕੇ ਨਾਲ ਅਸੀਂ ਕੋਈ ਵੀ ਜਿਹੜਾ ਸੇਫਗਾਰਡ ਆ ਉਹ ਨਹੀਂ ਪਾ ਸਕਦੇ ਹੈਗੇ। ਕਹਿੰਦੇ ਇੰਡੀਆ ਦੇ ਵਿੱਚ ਜਿਹੜਾ ਸਿਸਟਮ ਹੈਗਾ, ਜਿਹੜਾ ਸਮਾਜ ਹੈਗਾ ਆ, ਉਹ ਬਿਲਕੁਲ ਜਿਹੜੀ ਆਜ਼ਾਦੀ ਤੇ ਭਾਈਚਾਰਾ ਹੈਗਾ ਉਹਦੇ ਬਿਲਕੁਲ ਖਿਲਾਫ ਆ। ਕਿਉਂਕਿ ਇੰਡੀਆ ਜਿਹੜਾ ਹੈਗਾ ਆ, ਕਹਿੰਦੇ ਉਹ ਇਕੱਲਾ ਜਿਹੜਾ ਉਹ ਇਨਕੁਐਲਿਟੀ ਦੇ ਉੱਤੇ ਆਧਾਰਿਤ, ਨਾ ਬਰਾਬਰਤਾ ਦੇ ਆਧਾਰਿਤ ਨਹੀਂ ਹੈਗਾ, ਉਹ ਗ੍ਰੇਡਡ ਇਨਕੁਐਲਿਟੀ ਦੇ ਉੱਤੇ ਆਧਾਰਿਤ ਹੈਗਾ ਆ। ਤੇ ਜਿਹਨੂੰ ਕੀ ਖਤਮ ਕਰਨ ਦੇ ਲਈ ਹਿੰਦੂ ਅਪੋਜ਼ ਕਰਨਗੇ, ਹਿੰਦੂ ਇਹਨੂੰ ਚੱਲਦਾ ਰੱਖਣਾ ਚਾਹੁੰਦਾ ਹੈਗੇ ਆ। ਕਹਿੰਦੇ ਹਿੰਦੂ ਕੀ ਕਹਿੰਦੇ ਹੈਗੇ ਆ ਵੀ ਇਹ ਜਿਹੜੇ ਹੈਗੇ ਆ ਇਹ ਉਹਨਾਂ ਦੇ ਧਾਰਮਿਕ ਸੈਂਕਸ਼ਨ ਹੈਗੇ ਆ, ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਨੂੰ ਜਿਹੜੀ ਧਾਰਮਿਕ ਸਿੱਖਿਆਵਾਂ ਮਿਲੀਆਂ ਹੈਗੀਆਂ ਆ, ਉਹ ਚੀਜ਼ ਜਿਹੜੀ ਆ ਗ੍ਰੇਡਡ ਇਨਕੁਐਲਿਟੀ ਪੈਦਾ ਕਰਦੀ ਹੈ। ਗ੍ਰੇਡਡ ਇਨਕੁਐਲਿਟੀ ਮੈਂ ਐਕਸਪਲੇਨ ਨਹੀਂ ਕਰਾਂਗਾ, ਪਿੱਛੇ ਆਪਾਂ ਡਿਸਕਸ ਕੀਤਾ ਸੀ ਵੀ ਗ੍ਰੇਡਡ ਇਨਕੁਐਲਿਟੀ ਕੀ ਹੁੰਦੀ ਆ, ਇਨਕੁਐਲਿਟੀ ਕੀ ਹੁੰਦੀ ਆ। ਵੀ ਇਹ ਜਿਹੜੀ ਗ੍ਰੇਡਡ ਇਨਕੁਐਲਿਟੀ ਹੈਗੀ ਆ ਇਹ ਉਹਨਾਂ ਨੂੰ ਧਰਮ ਦੇ ਵੱਲੋਂ ਮਿਲੀ ਹੈਗੀ ਆ। ਤੇ ਜਿਹੜੇ ਅਛੂਤ ਹੈਗੇ ਆ ਉਹ ਆਪਣੇ ਰੋਕਥਾਮ ਦੇ ਲਈ ਆਪਣੇ ਸੇਫਗਾਰਡ ਜਿਹੜੇ ਆ, ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇੱਕ ਰੈਜ਼ੋਲੂਸ਼ਨ ਪਾਸ ਕੀਤੀ ਗਈ ਸੀਗੀ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦੇ ਵੱਲੋਂ, ਜਿਹੜੀ ਮੈਂ ਅਪੈਂਡਿਕਸ 11 ਦੇ ਵਿੱਚ ਲਾ ਰਿਹਾ ਹੈਗਾ ਆ। ਮੇਨ ਉਹਦੇ ਵਿੱਚ ਕਹਿੰਦੇ ਅਸੀਂ 3 ਪੁਆਇੰਟ ਜਿਹੜੇ ਹੈਗੇ ਆ, ਸਾਡੀਆਂ 3 ਮੰਗਾਂ ਹੈਗੀਆਂ ਵੀ ਸਾਨੂੰ ਗਰੰਟੀ ਦਿੱਤੀ ਜਾਵੇ ਕਿ ਸਾਡੀ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਸਾਡੀ ਰੀਪ੍ਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਘੱਟੋ ਘੱਟ। ਦੂਸਰੀ, ਸਾਨੂੰ ਗਰੰਟੀ ਦਿੱਤੀ ਜਾਵੇ ਸਾਡੀ ਘੱਟੋ ਘੱਟ ਜਿਹੜੀ ਆ ਉਹ ਕਾਰਜਪਾਲਿਕਾ ਦੇ ਵਿੱਚ ਸਾਡੀ ਰੀਪ੍ਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ। ਤੀਸਰੀ, ਸਾਨੂੰ ਗਰੰਟੀ ਦਿੱਤੀ ਜਾਵੇ ਕਿ ਜਿਹੜੇ ਸਰਕਾਰੀ ਅਦਾਰੇ ਹੋਣੇ ਆ, ਜਿਹੜੀਆਂ ਪਬਲਿਕ ਸਰਵਿਸਿਜ਼ ਹੈਗੀਆਂ, ਸਰਕਾਰੀ ਨੌਕਰੀਆਂ ਹੈਗੀਆਂ ਆ, ਉਹਦੇ ਵਿੱਚ ਵੀ ਸਾਡੀ ਜਿਹੜੀ ਆ ਰੀਪ੍ਰੈਜ਼ੈਂਟੇਸ਼ਨ ਘੱਟੋ ਘੱਟ ਹੋਣੀ ਚਾਹੀਦੀ ਆ। ਕਹਿੰਦੇ ਹੁਣ ਕਹਿੰਦੇ ਵੀ ਹੁਣ ਜਿਹੜੇ ਫੋਰਨਰਸ ਹੈਗੇ ਆ, ਜਿਹੜੇ ਬਾਹਰ ਰਹਿੰਦੇ ਲੋਕ ਆ, ਉਹ ਇਹ ਦੇਖ ਸਕਦੇ ਆ ਵੀ ਜਿਹੜੀ ਕਾਂਗਰਸ ਆ ਉਹ ਕਿੰਨੀ ਬੇਹੁਦਗੀ ਦੇ ਨਾਲ ਸਾਡੀਆਂ ਜਿਹੜੀਆਂ ਦਲੀਲਾਂ, ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਸੇਫਗਾਰਡ ਨੂੰ ਲੈ ਕੇ, ਉਹ ਕਿੰਨੀਆਂ ਉਹਨੂੰ ਇਗਨੋਰ ਕਰ ਰਹੀਆਂ, ਕਿੰਨੀਆਂ ਉਹਨੂੰ ਮਤਲਬ ਕਿ ਉਹਨੂੰ ਇਗਨੋਰ ਕਰ ਰਹੀਆਂ ਹੈਗੀਆਂ, ਉਹਦੇ ਖਿਲਾਫ ਬੋਲ ਰਹੀਆਂ ਹੈਗੀਆਂ। ਹੁਣ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਬਾਹਰ ਰਹਿੰਦੇ ਗੋਰੇ ਹੈਗੇ, ਫੋਰਨਰਸ ਹੈਗੇ ਆ, ਇਸ ਚੀਜ਼ ਨੂੰ ਨੋਟ ਕਰ ਸਕਦੇ ਆ ਵੀ ਸਾਡੀਆਂ ਸਿਰਫ ਇੰਨਾ ਹੀ ਮੰਗਾਂ ਹੈਗੀਆਂ ਆ। ਕਹਿੰਦੇ ਜੇ ਸਾਨੂੰ ਇਹ ਗਰੰਟੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਜਿਹੜੇ ਹਿੰਦੂ ਹੈਗੇ ਆ, ਮੈਜੋਰਿਟੀ ਦੇ ਵਿੱਚ ਜਿਹੜੇ ਹੈਗੇ ਆ, ਉਹ ਇੱਕ ਨਾ ਇੱਕ ਦਿਨ ਨਿਆਂਪਾਲਿਕਾ ਤੇ ਕਬਜ਼ਾ ਕਰਨਗੇ, ਉਹ ਕਾਰਜਪਾਲਿਕਾ ਤੇ ਕਬਜ਼ਾ ਕਰਨਗੇ, ਤੇ ਉਹ ਐਡਮਿਨਿਸਟ੍ਰੇਸ਼ਨ, ਸਰਕਾਰੀ ਨੌਕਰੀਆਂ ਦੇ ਵਿੱਚ ਕਬਜ਼ਾ ਕਰਕੇ ਉਸ ਜਿਹੜਾ ਭਾਰਤ ਦੀ ਡੈਮੋਕ੍ਰੇਸੀ ਆ ਉਹ ਉੱਪਰਲੀ ਕਾਸਟ ਜਿਹੜੀ ਹਿੰਦੂ ਕਮਿਊਨਿਟੀ ਆ ਉਹਨਾਂ ਵੱਲੋਂ ਰਨ ਕਰਨ ਦੇ ਲਈ ਉਹ ਵਚਨਬੱਧ ਹੋਵੇਗੀ। ਤੇ ਇਹ ਭਾਰਤ ਦੀਆਂ ਜਿਹੜੀਆਂ ਮਿਨੋਰਿਟੀਜ਼ ਹੈਗੀਆਂ ਆ, ਜਿਹੜੀਆਂ ਭਾਰਤ ਦੀਆਂ ਘੱਟ ਗਿਣਤੀ ਦੇ ਲੋਕ ਹੈਗੇ, ਉਹਨਾਂ ਦੇ ਲਈ ਬਹੁਤ ਖਤਰਾ ਬਣਨਾ ਹੈਗਾ ਆ। ਸਾਨੂੰ ਇਸੇ ਗੱਲ ਦਾ ਡਰ ਹੈਗਾ ਆ। ਕਹਿੰਦੇ ਹੁਣ ਇਹ ਹਾਰਡ ਨਹੀਂ ਹੋਣਾ ਚਾਹੀਦਾ। ਇਹ ਜਿਹੜੇ ਬਾਹਰ ਰਹਿੰਦੇ ਲੋਕ ਆ, ਜਿਹੜੇ ਕਹਿੰਦੇ ਹੈਗੇ ਆ ਕਿ ਅਛੂਤ ਆਜ਼ਾਦੀ ਦੀ ਲੜਾਈ ਗਾਂਧੀ ਦੇ ਨਾਲ ਰਲ ਕੇ ਕਿਉਂ ਨਹੀਂ ਲੜ ਰਹੇ ਹੈਗੇ, ਉਹਨਾਂ ਦੇ ਲਈ ਇਹ ਖਤਰਾ, ਉਹਨਾਂ ਦੇ ਲਈ ਇਹ ਮੁਸ਼ਕਲ ਨਹੀਂ ਹੋਣਾ ਚਾਹੀਦਾ ਸਮਝਣਾ ਕਿ ਪਹਿਲਾ ਨੰਬਰ ਦੇ ਉੱਤੇ ਕਿ ਜਿਹੜੇ ਭਾਰਤ ਦੇ ਅਛੂਤ ਹੈਗੇ ਆ ਉਹ ਭਾਰਤ ਦੇ ਵਿੱਚ ਇੱਕ ਬਹੁਤ ਸੇਫ ਡੈਮੋਕ੍ਰੇਸੀ ਜਿਹੜੀ ਆ ਉਹ ਚਾਹੁੰਦੇ ਆ। ਤੇ ਜਿਹੜੀ ਕਾਂਗਰਸ ਹੈਗੀ ਆ ਉਹ ਭਾਵੇਂ ਕਿ ਡੈਮੋਕ੍ਰੇਸੀ ਦਾ ਡਾਇਰੈਕਟ ਵਿਰੋਧ ਨਹੀਂ ਕਰਦੀ, ਪਰ ਉਸ ਹਾਲਾਤਾਂ ਦਾ ਵਿਰੋਧ ਕਰਦੀ ਆ ਜਿਹੜੇ ਹਾਲਾਤ ਡੈਮੋਕ੍ਰੇਸੀ ਦੇ ਲਈ ਸੁਖਦਾਏ ਹੋਣੇ ਹੈਗੇ ਆ। ਦੂਸਰੇ ਨੰਬਰ ਦੇ ਉੱਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜੀ ਸਾਡੀ ਮੰਗ ਹੈਗੀ ਆ, ਬਾਹਰਲੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਕੋਈ ਨਵੀਂ ਮੰਗ ਨਹੀਂ ਹੈ, ਇਹ ਕੋਈ ਨਵੀਂ ਮੰਗ ਨਹੀਂ ਹੈ। ਇਦਾਂ ਦੀਆਂ ਮੰਗਾਂ ਜਿਹੜੀਆਂ ਆ ਦੁਨੀਆ ਦੇ ਕਨਸਟੀਟਿਊਸ਼ਨਾਂ ਦੇ ਵਿੱਚ ਵੱਖਰੇ ਵੱਖਰੇ ਵਰਗਾਂ ਵੱਲੋਂ ਕੀਤੀਆਂ ਗਈਆਂ ਆ, ਜਦੋਂ ਕਿ ਭਾਰਤ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਲੋੜ ਹੈਗੀ ਆ।
ਕਹਿੰਦੇ ਇਦਾਂ ਦੀ ਨਾਪ ਤੋਲਣਾ ਜਿਹੜੀ ਹੈਗੀ ਆ ਤੁਹਾਨੂੰ ਕਨਸਟੀਟਿਊਸ਼ਨਾਂ ਦੇ ਵਿੱਚ ਮਿਲਣੀ ਆ। ਕੋਈ ਵੀ ਦੁਨੀਆ ਦਾ ਇਦਾਂ ਦਾ ਕਨਸਟੀਟਿਊਸ਼ਨ ਨਹੀਂ ਹੈ ਜਿਹਦੇ ਵਿੱਚ ਡੈਮੋਕ੍ਰੇਸੀ ਨੂੰ ਖਤਰਾ ਹੋਵੇ ਤੇ ਉਹਦਾ ਜਿਹੜਾ ਨਾਪ ਤੋਲ ਕੇ ਉਹਦੀ ਜਿਹੜੀ ਆ ਅਮੈਂਡਮੈਂਟ ਜਾਂ ਉਹਦੀ ਸਮੀਖਿਆ ਨਾ ਕੀਤੀ ਹੋਵੇ ਕਨਸਟੀਟਿਊਸ਼ਨ ਦੇ ਵਿੱਚ। ਅਮਰੀਕਾ ਦਾ ਕਨਸਟੀਟਿਊਸ਼ਨ ਇਹਦਾ ਕਹਿੰਦੇ ਵੀ ਗਵਾਹ ਹੈਗਾ ਆ। ਉਹਦੇ ਵਿੱਚ ਤੁਸੀਂ ਦੇਖੋਗੇ ਉਹਦੇ ਫੰਡਾਮੈਂਟਲ ਰਾਈਟਸ ਐਂਡ ਸੈਪਰੇਸ਼ਨ ਆਫ ਪਾਵਰ ਜਿਹੜੀ ਹੈਗੀ ਆ ਉਹਦੇ ਵਿੱਚ ਕਿੱਦਾਂ ਨਾਪ ਤੋਲ ਕੇ ਉਹਨਾਂ ਨੇ ਚੇਂਜਸ ਕਰਕੇ ਉੱਥੇ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਹਿਸਾਬ ਦੇ ਨਾਲ ਉਹਨੇ ਵਿੱਚ ਚੇਂਜਸ ਕੀਤੀਆਂ ਹੈਗੀਆਂ ਆ। ਤੀਸਰੇ ਨੰਬਰ ਦੇ ਉੱਤੇ ਕਹਿੰਦੇ ਵੀ ਜਿਹੜੀ ਕਾਂਗਰਸ ਹੈਗੀ ਆ ਉਹ ਫਿਰਕੂਵਾਦੀ ਹੈਗੇ ਆ, ਅਛੂਤ ਫਿਰਕਾਵਾਦੀ ਨਹੀਂ ਹੈਗੇ। ਕਾਂਗਰਸ ਇਹ ਚਾਹੁੰਦੇ ਹੈਗੇ ਆ ਕਿ ਗੋਰੇ ਜਿਹੜੇ ਹੈਗੇ ਆ ਉਹ ਕਨਸਟੀਟਿਊਸ਼ਨ ਜਿਹੜੀਆਂ ਗਰੰਟੀਆਂ ਦੀ ਜਿਹੜੀਆਂ ਅਸੀਂ ਗਰੰਟੀਆਂ ਦੀ ਮੰਗ ਕਰਦੇ ਆ ਉਹ ਜਿਹੜੀਆਂ ਸਾਨੂੰ ਗਰੰਟੀਆਂ ਨਾ ਦਿੱਤੀਆਂ ਜਾਣ, ਗੋਰੇ ਭਾਰਤ ਨੂੰ ਛੱਡ ਕੇ ਐਦਾਂ ਹੀ ਚਲੇ ਜਾਣ ਤਾਂ ਕਿ ਅਸੀਂ ਭਾਰਤ ਦੇ ਵਿੱਚ ਪੋਲਿਟਿਕਸ ਜਿਹੜਾ ਹੈਗਾ ਆ, ਜਿਹੜੀ ਸਿਆਸਤ ਹੈਗੀ ਆ ਉਹ ਹਿੰਦੂ ਮੈਜੋਰਿਟੀ ਵੱਲੋਂ ਚਲਾਈਏ ਤੇ ਹਿੰਦੂ ਜਿਹੜੇ ਹਿੰਦੂ ਲੋਕ ਹੈਗੇ ਆ ਤੇ ਉਹ ਮੋਸਟਲੀ ਕਾਂਗਰਸ ਦੀ ਰੀੜ੍ਹ ਦੀ ਹੱਡੀ ਆ। ਤੇ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਤੇ ਉਹ ਹਿੰਦੂਆਂ ਵੱਲੋਂ ਖਿਲਾਈ ਗਈ ਪਾਲੀ ਹੋਈ ਪਾਰਟੀ ਹੈਗੀ ਆ। ਤੇ ਕਾਂਗਰਸ ਜਿਹੜੀ ਆ ਉਹ ਇੱਕ ਪਰਦੇ ਦੇ ਥੱਲੇ, ਰਾਸ਼ਟਰਵਾਦ ਦੇ ਪਰਦੇ ਦੇ ਥੱਲੇ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈਗੀ ਆ। ਹੁਣ ਕਹਿੰਦੇ ਵੀ ਹੁਣ ਕਾਂਗਰਸ ਕੀ ਦੁਨੀਆ ਦੇ ਜਿਹੜੇ ਫੋਰਨਰਸ ਹੈਗੇ ਆ, ਜਿਹੜੇ ਬਾਹਰ ਵਸਿੰਦੇ ਲੋਕ ਹੈਗੇ ਆ, ਉਹ ਕੀ ਕਹਿੰਦੇ ਹੈਗੇ ਆ? ਉਹ ਕਹਿੰਦੇ ਹੈਗੇ ਕਿ ਬਈ ਕਿਉਂ ਨਹੀਂ ਤੁਸੀਂ ਕਾਂਗਰਸ ਨੂੰ ਜੁਆਇਨ ਕਰ ਲੈਂਦੇ? ਜਿਹੜੀ ਕਾਂਗਰਸ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ ਆ, ਹਨਾ, ਕਿਉਂ ਨਹੀਂ ਤੁਸੀਂ ਐਗਰੀਮੈਂਟ ਕਰ ਲੈਂਦੇ? ਕਿਉਂ ਨਹੀਂ ਤੁਸੀਂ ਕਾਂਗਰਸ ਨਾਲ ਐਗਰੀਮੈਂਟ ਪਹਿਲਾਂ ਕਰ ਲੈਂਦੇ ਤੇ ਫਿਰ ਉਹਨਾਂ ਦੇ ਨਾਲ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਾਮਲ ਹੋ ਜਾਂਦੇ? ਕਿਉਂਕਿ ਓਬਵੀਅਸਲੀ ਵੀ ਸੇਫਗਾਰਡ ਤਾਂ ਹੀ ਤੁਹਾਨੂੰ ਮਿਲਣੇ ਆ ਜੇ ਆਜ਼ਾਦੀ ਤੁਹਾਨੂੰ ਮਿਲੂਗੀ। ਜੇ ਆਜ਼ਾਦੀ ਨਹੀਂ ਮਿਲੀ ਤਾਂ ਸੇਫਗਾਰਡ ਕਿੱਥੋਂ ਮਿਲ ਜਾਣੇ ਹੈਗੇ ਆ, ਹਨਾ। ਤੇ ਬਾਬਾ ਸਾਹਿਬ ਕਹਿੰਦੇ ਵੀ ਇਹਦਾ ਵੀ ਜਵਾਬ ਸਾਡੇ ਕੋਲ ਹੈਗਾ ਆ। ਜਿਹੜੇ ਬਾਹਰ ਰਹਿੰਦੇ ਲੋਕ, ਗੋਰੇ ਲੋਕ ਹੈਗੇ ਆ, ਫੋਰਨਰਸ ਹੈਗੇ ਆ, ਉਹ ਜਿਹੜੀ ਅਸੀਂ ਇੱਥੇ ਮੰਗਾਂ ਰੱਖ ਰਹੇ ਆ ਜਾਂ ਜਿਹੜੇ ਤਰੀਕੇ ਨਾਲ ਅਸੀਂ ਰੱਖ ਰਹੇ ਆ ਉਹ ਆਪ ਡਿਸਾਈਡ ਕਰਨਗੇ ਵੀ ਕੀ ਉਹ ਸਾਨੂੰ ਇਹ ਸਹੀ ਸਲਾਹ ਦੇ ਰਹੇ ਆ ਵੀ ਪਹਿਲਾਂ ਅਸੀਂ ਐਗਰੀਮੈਂਟ ਕਰ ਲਈਏ ਫਿਰ ਅਸੀਂ ਆਜ਼ਾਦੀ ਦੀ ਲੜਾਈ ਲੜੀਏ, ਬਾਅਦ ਵਿੱਚ ਉਹ ਐਗਰੀਮੈਂਟ ਜਿਹੜਾ ਸਾਡੇ ਨਾਲ ਹੁਣ ਕਿੱਦਾਂ ਦੇ ਬਾਬਾ ਸਾਹਿਬ ਦੱਸ ਰਹੇ ਵੀ ਅੱਗੇ ਅਛੂਤ ਕੀ ਕਹਿ ਰਹੇ ਉਹਦੇ ਬਾਰੇ ਵੀ ਸਾਨੂੰ ਐਗਰੀਮੈਂਟ ਕਰਨਾ ਚਾਹੀਦਾ। ਜੇ ਐਗਰੀਮੈਂਟ ਅਛੂਤ ਕਰ ਰਹੇ ਹੈਗੇ ਤਾਂ ਪਿੱਛੇ ਕੌਣ ਹਟ ਰਿਹਾ? ਜੇ ਪਿੱਛੇ ਹਟ ਰਹੇ ਆ ਤੇ ਇਹਦੇ ਵਿੱਚ ਅਛੂਤਾਂ ਦਾ ਕੀ ਕਸੂਰ ਆ? ਤੇ ਉਹ ਬਾਬਾ ਸਾਹਿਬ ਹੁਣ ਦੱਸ ਰਹੇ ਹੈਗੇ ਆ। ਕਹਿੰਦੇ ਕਿ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਵੀ ਜਿਹੜੇ ਅਛੂਤ ਹੈਗੇ ਆ ਨਾ ਉਹ ਆਪਣੇ ਆਪ ਨੂੰ ਸੁਖਾਵਾਂ ਜਾਂ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦੇ ਹੈਗੇ ਕਿ ਅਸੀਂ ਕਾਂਗਰਸ ਦੇ ਨਾਲ ਸਮਝੌਤਾ ਕਰੀਏ। ਉਹਦੇ ਕਈ ਰੀਜ਼ਨ ਹੈਗੇ ਆ। ਉਹਦੇ ਵਿੱਚੋਂ ਇੱਕ ਪਹਿਲਾ ਰੀਜ਼ਨ ਜਿਹੜਾ ਹੈਗਾ ਕਹਿੰਦੇ ਕਾਮਨ ਸੈਂਸ ਹੈਗੀ ਆ। ਕਹਿੰਦੇ ਵੀ ਇਹਦੇ ਵਿੱਚ ਹਾਰਮ ਕੀ ਹੋ ਸਕਦਾ, ਹਾਨੀ ਕੀ ਹੋ ਸਕਦੀ ਆ ਵੀ ਜੇ ਅਸੀਂ ਕਾਂਗਰਸ ਨੂੰ ਇਹ ਕਹਿੰਦੇ ਆ ਵੀ ਸਾਡੇ ਨਾਲ ਸਮਝੌਤਾ ਕਰੋ। ਕਹਿੰਦੇ ਵੀ ਇਹਦੇ ਵਿੱਚ ਕਾਂਗਰਸ ਜਿਹੜੀ ਆ ਜਿਹੜਾ ਕਾਂਗਰਸ ਦਾ ਨੁਕਸਾਨ ਕੀ ਹੋ ਜਾਣਾ ਜੇ ਐਡਵਾਂਸ ਦੇ ਵਿੱਚ ਸਾਡੇ ਨਾਲ ਸਮਝੌਤਾ ਕਰ ਲਵੇ। ਹਾਲਾਂਕਿ ਕਹਿੰਦੇ ਇਹਦੇ ਵਿੱਚ ਅਛੂਤਾਂ ਨੂੰ ਫਾਇਦਾ ਹੋਣਾ ਹੈਗਾ ਆ ਤੇ ਕਿਉਂਕਿ ਇਹਦਾ ਅਛੂਤਾਂ ਦਾ ਫਾਇਦਾ ਹੋਣਾ ਆ ਤੇ ਇਹਦੇ ਨਾਲ ਕਾਂਗਰਸ ਦਾ ਜ਼ਰੂਰ ਫਾਇਦਾ ਹੋਣਾ, ਕਿਉਂਕਿ ਅਛੂਤ ਜਿਹੜੇ ਆ ਉਹਨਾਂ ਦਾ ਯਕੀਨ ਕਾਂਗਰਸ ਦੇ ਉੱਤੇ ਬਣਨਾ ਹੈਗਾ ਆ ਵੀ ਹਾਂ ਵੀ ਸਾਡੇ ਨਾਲ ਲਿਖਤੀ ਨਾਮਾ ਇਹਨਾਂ ਨੇ ਐਗਰੀਮੈਂਟ ਕੀਤਾ ਹੈਗਾ ਆ ਵੀ ਜਦੋਂ ਭਾਰਤ ਦੇ ਵਿੱਚ ਜਦੋਂ ਕਨਸਟੀਟਿਊਸ਼ਨ ਲਿਖਿਆ ਜਾਣਾ ਹੈਗਾ ਵੀ ਤੁਹਾਨੂੰ ਸਪੈਸ਼ਲ ਉਹਦੇ ਵਿੱਚ ਸੇਫਗਾਰਡ ਮਿਲਣਗੇ ਜਿੱਥੇ ਤੁਹਾਡੇ ਹੱਕ ਜਿਹੜੇ ਰਾਖਵੇਂ ਰੱਖੇ ਜਾਣਗੇ। ਤੇ ਉਹਦੇ ਨਾਲ ਕੀ ਹੈਗਾ ਆ? ਕਹਿੰਦੇ ਵੀ ਜਿਹੜੇ ਅਛੂਤ ਹੈਗੇ ਆ ਇਹ ਕਾਂਗਰਸ ਦੇ ਉੱਤੇ ਯਕੀਨ ਕਰਨਗੇ, ਹਨਾ। ਕਹਿੰਦੇ ਪਰ ਉਹਨਾਂ ਨੂੰ ਇਸ ਚੀਜ਼ ਦਾ ਡਰ ਲੱਗਦਾ ਹੈਗਾ ਆ ਕਿ ਜਦੋਂ ਆਜ਼ਾਦੀ ਮਿਲਦੀ ਆ ਤੇ ਹਿੰਦੂ ਮੈਜੋਰਿਟੀ ਜਿਹੜੀ ਹੈਗੀ ਆ ਉਹਨੇ ਭਾਰਤ ਤੇ ਕਬਜ਼ਾ ਕਰਕੇ ਸਾਨੂੰ ਦੁਬਾਰਾ ਗੁਲਾਮ ਬਣਾ ਲੈਣਾ ਹੈਗਾ ਆ, ਹਨਾ। ਤੇ ਕਹਿੰਦੇ ਕਿਉਂ ਨਾ ਕਾਂਗਰਸ ਜਿਹੜੀ ਇਹ ਡਰ ਸਾਡਾ ਦੂਰ ਕਰੇ, ਕਿਉਂ ਨਾ ਕਾਂਗਰਸ ਸਾਡੇ ਨਾਲ ਇੱਕ ਸਮਝੌਤਾ ਕਰਕੇ ਇਹ ਡਰ ਦੂਰ ਕਰੇ, ਇਹ ਗੱਲ ਕਵੇ ਕਿ ਆਓ ਮੈਂ ਤੁਹਾਡੇ ਨਾਲ ਸਮਝੌਤਾ ਕਰਦੀ ਆ ਵੀ ਤੁਸੀਂ ਜਿਹੜੀ ਦੇਸ਼ ਦੀ ਆਜ਼ਾਦੀ ਦੇ ਲਈ ਲੜਾਈ ਲੜ ਰਹੇ ਆ ਸਾਡੇ ਨਾਲ ਇਕੱਠੇ ਹੋ ਕੇ ਲੜੋ, ਹਨਾ। ਤੇ ਦੂਸਰਾ ਜਿਹੜਾ ਰੀਜ਼ਨ ਹੈਗਾ ਆ, ਪਹਿਲੀ ਤਾਂ ਮਤਲਬ ਕਿ ਉਹ ਐਗਰੀਮੈਂਟ ਨਹੀਂ ਕਰ ਰਹੇ ਇਹਨਾਂ ਦੇ ਨਾਲ। ਦੂਸਰਾ ਜਿਹੜਾ ਹੈਗਾ ਆ ਕਹਿੰਦੇ ਸਾਡਾ ਪਰਸਨਲ ਜਿਹੜਾ ਐਕਸਪੀਰੀਅੰਸ ਹੈ, ਅਛੂਤਾਂ ਦਾ ਪਰਸਨਲ ਐਕਸਪੀਰੀਅੰਸ ਜਿਹੜਾ ਹੈਗਾ ਆ ਉਹ ਕੀ ਹੈਗਾ ਆ? ਕਹਿੰਦੇ ਅਸੀਂ ਦੁਨੀਆ ਦੇ ਇਤਿਹਾਸ ਕੋਲੋਂ ਬਹੁਤ ਕੁਝ ਸਿੱਖਿਆ ਆ। ਅਸੀਂ ਨੀਗਰੋਸ ਤੋਂ ਸਿੱਖਿਆ ਆ, ਜਿਹੜੇ ਨੀਗਰੋ ਅਮਰੀਕਾ ਦੇ ਸੀਗੇ ਜਦੋਂ ਸਿਵਲ ਵਾਰ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਇਆ, ਅਸੀਂ ਉਸ ਇਤਿਹਾਸ ਤੋਂ ਸਿੱਖਿਆ। ਉਹ ਉੱਥੇ ਬਾਬਾ ਸਾਹਿਬ ਅਮਰੀਕਾ ਦਾ ਇਤਿਹਾਸ ਦਿੰਦੇ ਆ। ਕਹਿੰਦੇ ਵੀ ਜਦੋਂ ਸਿਵਲ ਵਾਰ ਹੋਈ ਸੀ, ਸਿਵਲ ਵਾਰ ਦੇ ਵਿੱਚ 1,25,000 ਨੀਗਰੋ ਜਿਹੜੇ ਆ ਉਹ ਸਲੇਵ ਸੀ, ਗੁਲਾਮ ਸੀ, ਉਹ ਆਰਮੀ ਦੇ ਵਿੱਚ ਭਰਤੀ ਸੀਗੇ ਤੇ ਉਹ ਲੜ ਰਹੇ ਸੀ ਗੋਰਿਆਂ ਤੋਂ ਆਜ਼ਾਦ ਕਰਾਉਣ ਦੇ ਲਈ।
ਫਿਰ ਦੂਸਰੇ ਨੰਬਰ ਦੇ ਉੱਤੇ ਉਹ ਗੱਲ ਕਹਿੰਦੇ ਹੈਗੇ ਕਿ ਵੀ ਨਾਰਥ ਦੇ 80,000 ਜਿਹੜੇ ਬੰਦੇ ਸੀਗੇ ਨੀਗਰੋ ਸੀਗੇ, ਉਹ ਟੋਟਲ ਉਹਨਾਂ ਨੇ 4.5 ਜਿਹੜੀਆਂ ਜੰਗਾਂ 450 ਜਿਹੜੀਆਂ ਜੰਗਾਂ ਲੜੀਆਂ, ਤੇ ਉਹਨਾਂ ਨੂੰ ਇਹ ਸੀਗਾ ਕਿ ਇੱਕ ਨਾ ਇੱਕ ਦਿਨ ਜਿਹੜੀ ਆ ਸਲੇਵਰੀ ਖਤਮ ਹੋਣੀ ਹੈਗੀ ਆ। ਤੇ 2.5 ਲੱਖ ਨੀਗਰੋ ਜਿਹੜੇ ਹੈਗੇ ਆ ਉਸ ਕਾਨੂੰਨ ਦੇ ਉਸ ਪ੍ਰੋਪੋਜੀਸ਼ਨ ਦੇ ਖਿਲਾਫ ਲੜੇ ਸੀ, ਜਿਹੜੇ ਕਹਿੰਦੇ ਸੀਗੇ ਕਿ ਨੀਗਰੋ ਜਿਹੜੇ ਹੈਗੇ ਆ ਉਸ ਕੱਲੇ ਸਲੇਵ ਹੀ ਉਹ ਸਲੇਵ ਹੀ ਠੀਕ ਹੈਗੇ ਆ। ਕਹਿੰਦੇ ਨੀਗਰੋਸ ਨੇ ਕੀ ਕੀਤਾ ਸੀ, ਉਹਨਾਂ ਨੇ ਜਿਹੜੇ ਨੀਗਰੋ ਸੋਲਜਰ ਸੀਗੇ ਉਹਨਾਂ ਨੇ ਉੱਥੇ ਦੇ ਗੋਰਿਆਂ ਦੇ ਨਾਲ ਮਿਲ ਕੇ ਭਾਵਾਂ ਕਿ ਉਹਨਾਂ ਦੇ ਨਾਲ ਵਿਤਕਰਾ ਹੁੰਦਾ ਰਿਹਾ, ਉਹਨਾਂ ਨੇ ਲੜਾਈ ਕੀਤੀ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ। ਕਹਿੰਦੇ ਵੀ ਜਿੱਥੇ ਤੱਕ ਜਿਹੜੇ ਚਿੱਟੇ ਜਿਹੜੇ ਵਾਈਟ ਸੋਲਜਰ ਸੀਗੇ, ਜਿਹੜੇ ਸਿਪਾਹੀ ਗੋਰੇ ਫੌਜੀ ਸੀਗੇ, ਉਹਨਾਂ ਨੂੰ $13 ਪਰ ਮੰਥ ਮਿਲਦਾ ਹੁੰਦਾ ਸੀ। ਜਿਹੜੇ ਨੀਗਰੋ ਹੁੰਦੇ ਸੀ ਉਹਨਾਂ ਨੂੰ $7 ਪਰ ਮੰਥ ਦਿੱਤੇ ਜਾਂਦੇ ਸੀ 14 ਜੁਲਾਈ 1864 ਤੱਕ। ਕਹਿੰਦੇ ਜਿਹੜੀਆਂ ਨਵੀਆਂ ਭਰਤੀਆਂ ਸੀਗੀਆਂ ਉਹ ਵੀ ਨੀਗਰੋਸ ਦੇ ਲਈ ਬੰਦ ਸੀਗੀਆਂ, ਤੇ ਕੋਈ ਵੀ ਐਡਵਾਂਸਮੈਂਟ ਕੋਈ ਵੀ ਪ੍ਰਮੋਸ਼ਨ ਦੇ ਚਾਂਸਸ ਨਹੀਂ ਸੀ ਨੀਗਰੋਸ ਨੂੰ, ਜਿਹੜੇ ਆਰਮੀ ਦੇ ਵਿੱਚ ਸੇਵਾ ਕਰ ਰਹੇ ਸੀਗੇ। ਹੋਇਆ ਕੀ, ਕਹਿੰਦੇ ਨੀਗਰੋਸ ਜਿਹੜੇ ਆ ਉਹ ਜਾਂ ਤਾਂ ਬਾਅਦ ਵਿੱਚ ਮਾਰ ਦਿੱਤੇ ਗਏ, ਜਾਂ ਫਿਰ ਉਹਨਾਂ ਤੋਂ ਹਾਰਡ ਜਿਹੜੀ ਆ ਮਿਹਨਤ ਕਰਾਉਣ ਲੱਗੇ, ਹਾਰਡ ਲੇਬਰ ਕਰਾਉਣ ਲੱਗੇ, ਜਾਂ ਫਿਰ ਉਹਨਾਂ ਨੂੰ ਦੁਬਾਰਾ ਬੰਧੂਏ ਮਜ਼ਦੂਰ ਜਾਂ ਆਪਣੇ ਸਲੇਵ ਬਣਾ ਲਿਆ ਗਿਆ। ਹੁਣ ਕਹਿੰਦੇ ਹੈਗੇ ਆ ਕਿ ਵੀ ਹੁਣ ਤੁਸੀਂ ਦੱਸੋ ਵੀ ਬਾਅਦ ਵਿੱਚ ਕੀ ਹੋਇਆ ਜਦੋਂ ਸਿਵਲ ਵਾਰ ਖਤਮ ਹੋਈ ਅਮਰੀਕਾ ਦੇ ਵਿੱਚ, ਨੀਗਰੋਸ ਨਾਲ ਕੀ ਹੋਇਆ। ਕਹਿੰਦੇ ਵੀ ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੇ ਅਮੈਂਡਮੈਂਟ ਜਿਹੜੀ 13 ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਅਮੈਂਡਮੈਂਟ 13 ਲਿਆਂਦੀ। ਉਹਦੀ ਅਮੈਂਡਮੈਂਟ ਜਿਹੜੀ 13 ਸੀ ਉਹਦਾ ਮਤਲਬ ਇਹ ਬਣਦਾ ਸੀਗਾ ਕਿ ਜਿਹੜੇ ਨੀਗਰੋਸ ਹੈਗੇ ਆ ਉਹ ਅੱਜ ਤੋਂ ਬਾਅਦ ਜਿਹੜੀ ਸਲੇਵਰੀ ਆ ਉਹ ਖਤਮ ਕੀਤੀ ਜਾਂਦੀ ਆ। ਉਸ ਤੋਂ ਬਾਅਦ ਬਈ ਕੀ ਬਾਬਾ ਸਾਹਿਬ ਕਹਿੰਦੇ ਹੈਗੇ ਕਿ ਜਿਹੜੇ ਨੀਗਰੋ ਹੈਗੇ ਸੀਗੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਗਵਰਨਮੈਂਟ ਨੇ ਦਿੱਤਾ, ਕਿ ਉਹ ਆਪਣੀਆਂ ਰਾਜ ਸੱਤਾ ਦੇ ਵਿੱਚ ਜਾਂ ਸਿਆਸੀ ਜਿਹੜੀਆਂ ਗਤੀਵਿਧੀਆਂ ਸੀ ਅਮਰੀਕਾ ਦੀਆਂ ਉਹਦੇ ਵਿੱਚ ਹਿੱਸਾ ਲੈ ਸਕਦੇ ਸੀ। ਕਹਿੰਦੇ ਇਹਦੇ ਲਈ ਵੀ ਰਿਪਬਲਿਕ ਨੇ ਕੀ ਕੀਤਾ, ਕਹਿੰਦੇ ਵੀ ਉਹਨਾਂ ਨੇ ਕੁਝ ਅਮੈਂਡਮੈਂਟ ਜਿਹੜੀ 14 ਹੈਗੀ ਆ ਉਹ ਲਿਆਂਦੀ। ਉਹ ਜਿਹੜੀ ਅਮੈਂਡਮੈਂਟ 14 ਹੈਗੀ ਆ ਉਹਦੇ ਵਿੱਚ ਕੀ ਕਿਹਾ ਗਿਆ ਵੀ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈਗਾ ਆ। ਇਹਨਾਂ ਦੇ ਜਿਹੜੇ ਕਾਲੇ ਹੈਗੇ ਆ, ਇਹਨਾਂ ਦੇ ਜਿਹੜੇ ਪੋਲੀਟੀਕਲ ਰਾਈਟ ਹੈਗੇ ਆ ਉਹ ਗੋਰਿਆਂ ਦੇ ਬਰਾਬਰ ਹੋਣੇ ਚਾਹੀਦੇ ਹੈਗੇ ਆ। ਇਹ ਕਹਿੰਦੇ ਵੀ ਜਿਹੜੀ ਹੈਗੀ ਆ ਇਹ ਅਮੈਂਡਮੈਂਟ 14 ਨੇ ਕੀਤਾ। ਤੇ ਉਸ ਤੋਂ ਬਾਅਦ ਕੀ ਹੋਇਆ, ਕਹਿੰਦੇ ਜਿਹੜੀਆਂ ਸਾਊਥ ਸਟੇਟ ਸੀਗੀਆਂ, ਕਹਿੰਦੇ ਨਾ ਜਿਹੜੀਆਂ ਸਾਊਥ ਸਟੇਟ ਉਧਰ ਟੈਨੇਸੀ ਵਾਲਾ ਫਲੋਰੀਡਾ ਵਾਲਾ ਥੱਲੇ, ਕਹਿੰਦੇ ਜਿਹੜੀਆਂ ਸਾਊਥ ਦੀਆਂ ਸਟੇਟ ਸੀਗੀਆਂ ਉਹਨਾਂ ਨੇ ਇਹਦੀ ਰਿਸਪੈਕਟ ਨਹੀਂ ਕੀਤੀ 14 ਅਮੈਂਡਮੈਂਟ ਦੀ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਉਹਨਾਂ ਦੇ ਵਿੱਚੋਂ ਕਹਿੰਦੇ ਟੈਨੇਸੀ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਕੀ ਕੀਤਾ, ਆਪਣੀਆਂ ਸਰਕਾਰਾਂ ਬਣਾ ਲਈਆਂ ਗੋਰਿਆਂ ਨੂੰ ਲੈ ਕੇ। ਉਹਦੇ ਵਿੱਚ ਸਿਰਫ ਗੋਰੇ ਬੰਦੇ ਸੀਗੇ, ਗੋਰੇ ਲੋਕ ਸੀਗੇ ਉਹ ਸਰਕਾਰਾਂ ਦੇ ਵਿੱਚ, ਕਾਲਿਆਂ ਨੂੰ ਛੱਡ ਦਿੱਤਾ ਗਿਆ ਉਹਦੇ ਵਿੱਚ ਨਾ। ਤੇ ਅੱਗੇ ਦੱਸੇ ਹੈਗੇ ਆ ਕਿ ਫਿਰ ਉਸ ਤੋਂ ਬਾਅਦ ਰਿਪਬਲਿਕਨ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਰੀਕਨਸਟਰਕਸ਼ਨ ਐਕਟ ਪਾਸ ਕੀਤਾ। ਉਸ ਰੀਕਨਸਟਰਕਸ਼ਨ ਐਕਟ ਦੇ ਵਿੱਚ ਕੀ ਸੀਗਾ ਵੀ ਜਿਹੜੀਆਂ ਸਰਕਾਰਾਂ ਬਣਾਉਣੀਆਂ, ਉਹਨਾਂ ਨੇ ਇਸ ਐਕਟ ਦੇ ਤਹਿਤ ਸਟੇਟਸ ਦੇ ਵਿੱਚ ਸਰਕਾਰਾਂ ਬਣਾਈਆਂ। ਉਹਦਾ ਮਤਲਬ ਕੀ ਸੀਗਾ ਕਿ ਜਿਹੜੇ ਗੋਰੇ ਲੋਕ ਜਿਹੜੇ ਜਿਨ੍ਹਾਂ ਨੇ ਬਹਿਸ਼ਕਾਰ ਕੀਤਾ ਸੀਗਾ ਕਿ ਵੀ ਕਾਲੇ ਲੋਕ ਜਿਹੜੇ ਆ ਉਹ ਗਵਰਨਮੈਂਟ ਦਾ ਹਿੱਸਾ ਨਹੀਂ ਹੋ ਸਕਦੇ, ਪੋਲੀਟੀਕਲ ਉਹ ਆਬਜੈਕਟ ਜਾਂ ਪੋਲੀਟੀਕਲ ਬਾਡੀ ਨਹੀਂ ਹੋ ਸਕਦੇ ਜਾਂ ਵੋਟ ਨਹੀਂ ਪਾ ਸਕਦੇ, ਉਹਨਾਂ ਦੇ ਨਾਲ ਉਹਨਾਂ ਨੇ ਸਮਝੌਤਾ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਯੂਨੀਅਨ ਦੇ ਵਿੱਚ ਐਡ ਕਰਨਾ ਸ਼ੁਰੂ ਕੀਤਾ। ਤੇ ਉਹਨਾਂ ਨੇ ਕੰਡੀਸ਼ਨ ਰੱਖਣੀਆਂ ਸ਼ੁਰੂ ਕੀਤੀਆਂ ਵੀ ਕਿਹੜੇ ਮਤੇ ਜਾਂ ਕਿਹੜੀਆਂ ਸਹਿਮਤੀਆਂ ਦੇ ਤਹਿਤ ਤੁਹਾਨੂੰ ਅਸੀਂ ਇੱਕ ਸੰਘਕ ਅਮਰੀਕਾ ਦਾ ਹਿੱਸਾ ਬਣਾਈਏ ਉਹ ਸਟੇਟਾਂ ਨੂੰ। ਤੇ ਉਹਦੇ ਤਹਿਤ ਕੀ ਪਾਇਆ, ਉਹਨਾਂ ਨੇ 5 ਡਿਸਟ੍ਰਿਕਟ ਕ੍ਰੀਏਟ ਕੀਤੀਆਂ। ਟੈਨੇਸੀ ਜਿਹੜੀ ਸਟੇਟ ਹੈਗੀ ਉਹਨੂੰ ਛੱਡ ਕੇ 5 ਮਿਲਟਰੀ ਦੀਆਂ ਡਿਸਟ੍ਰਿਕਟ ਕ੍ਰੀਏਟ ਕੀਤੀਆਂ, ਤਾਂ ਕਿ ਜਿਹੜੀਆਂ ਉੱਥੇ ਜਿਹੜੀਆਂ ਬ੍ਰਿਗੇਡੀਅਰ ਜਨਰਲ ਜਿਹੜਾ ਆ ਫੈਡਰਲ ਆਰਮੀ ਦਾ ਬ੍ਰਿਗੇਡੀਅਰ ਜਨਰਲ ਆ ਉਹਦੇ ਵੱਲੋਂ ਇਹ ਜਿਹੜੀਆਂ ਗਵਰਨ ਕੀਤੀਆਂ ਗਈਆਂ ਜਾਂ ਉਹਦਾ ਰਾਖ ਜਿਹੜਾ ਉਹਦਾ ਕੰਟਰੋਲ ਜਿਹੜਾ ਆ ਕੀਤਾ ਗਿਆ ਨਾ 5 ਡਿਸਟ੍ਰਿਕਟ ਦਾ, ਜਦ ਤੱਕ ਅਮਰੀਕਾ ਦੇ ਵਿੱਚ ਨਵਾਂ ਕਨਸਟੀਟਿਊਸ਼ਨ ਨਹੀਂ ਆ ਜਾਂਦਾ, ਜਾਂ ਜਿਹੜੀ 14th ਅਮੈਂਡਮੈਂਟ ਸੀ ਜਿਹਦੇ ਵਿੱਚ ਕਿਹਾ ਸੀਗਾ ਕਿ ਕਾਲਿਆਂ ਦੇ ਅਧਿਕਾਰ ਵੀ ਗੋਰਿਆਂ ਦੇ ਵਾਂਗ ਬਰਾਬਰ ਹੋਣਗੇ ਪੋਲੀਟੀਕਲ, ਜਦ ਤੱਕ ਉਹ ਪੂਰਾ ਰੈਟੀਫਾਈਡ ਜਾਂ ਅਪਰੂਵ ਨਹੀਂ ਹੋ ਜਾਂਦਾ। ਤੇ ਵੀ ਜਦ ਤੱਕ ਜਿਹੜੀਆਂ ਸਟੇਟਸ ਹੈਗੀਆਂ ਉਹ ਸਾਰੀਆਂ ਇਕੱਠੀਆਂ ਨਹੀਂ ਕਰ ਲੈਂਦੇ। ਉਸ ਤੋਂ ਬਾਅਦ ਕਹਿੰਦੇ ਵੀ ਇੱਕ 15th ਅਮੈਂਡਮੈਂਟ ਆਈ। 15th ਅਮੈਂਡਮੈਂਟ ਜਿਹੜੀ ਸੀਗੀ, ਕਹਿੰਦੇ ਉਸ ਤੋਂ ਬਾਅਦ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਨਸਲ ਦੇ ਆਧਾਰ ਦੇ ਉੱਤੇ, ਰੰਗ ਦੇ ਆਧਾਰ ਦੇ ਉੱਤੇ ਜਿਨ੍ਹਾਂ ਕਾਲਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਉਹਨਾਂ ਨੂੰ ਹੁਣ ਅਧਿਕਾਰ ਦਿੱਤਾ ਜਾਵੇਗਾ। ਇਹ ਜਿਹੜੀ ਮਨਾਹੀ ਆ ਉਹ ਬੰਦ ਕਰ ਦਿੱਤੀ ਗਈ ਸੀਗੀ। ਹੁਣ ਕਹਿੰਦੇ ਜਿਹੜੇ ਗੋਰੇ ਲੋਕ ਸੀਗੇ, ਜਿਹੜੇ ਸਾਊਥ ਦੇ ਗੋਰੇ ਲੋਕ ਸੀਗੇ, ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਨੀਗਰੋ ਹੈਗੇ ਆ ਉਹ ਸਾਡੇ ਨਾਲ ਬਰਾਬਰ ਦੇ ਨਾਗਰਿਕ ਨਹੀਂ ਹੋ ਸਕਦੇ। ਉਹਨਾਂ ਨੂੰ ਇਹ ਗੱਲ ਕਹੀ ਵੀ ਇਹਨਾਂ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਨਹੀਂ ਹੋਣਾ ਚਾਹੀਦਾ। ਤੇ ਇਹ ਤੋਂ ਅੱਗੇ ਜਾ ਕੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੁਝ ਕਾਨੂੰਨ ਬਣਾਉਣੇ ਸ਼ੁਰੂ ਕੀਤੇ ਆਪਣੀਆਂ ਸਟੇਟਾਂ ਦੇ। ਉਹਨਾਂ ਨੂੰ ਮਤਲਬ ਟੋਟਲੀ ਜਿਹੜੀ ਹੈਗੀ ਆ ਉਹਨਾਂ ਨੂੰ
ਵੋਟ ਪਾਉਣ ਦਾ ਅਧਿਕਾਰ ਜਿਹੜਾ ਸੀਗਾ ਉਹ ਬਿਲਕੁਲ ਆਪਣੀਆਂ ਸਟੇਟਾਂ ਵਿੱਚ ਕਾਲਿਆਂ ਨੂੰ ਦੇਣ ਦਾ ਮਨਾਹੀ ਕਰ ਦਿੱਤੀ, ਬੰਦ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਕਾਨੂੰਨ ਲਿਆਂਦਾ ਜਿਹਨੂੰ ਗੋਡਫਾਦਰ ਲਾਅ ਕਹਿੰਦੇ ਆ ਗੋਰਿਆਂ ਨੇ। ਉਹਨਾਂ ਨੇ ਇਹੀ ਕਿਹਾ ਵੀ ਉਹ ਲੋਕ ਜਿਹੜੇ ਆ, ਗੋਡਫਾਦਰ ਰੂਲ ਜਿਹੜਾ ਹੈਗਾ ਆ, ਉਹ ਜਿਹੜਾ ਕਲੌਸ ਹੈਗਾ ਆ, ਉਹਦਾ ਮਤਲਬ ਇਹ ਬਣਦਾ ਸੀ ਵੀ ਕਿ ਜਿਨ੍ਹਾਂ ਦੇ ਦਾਦਿਆਂ ਪੜਦਾਦਿਆਂ ਨੇ ਵੋਟਾਂ ਪਾਈਆਂ ਨਾ, ਵੋਟਾਂ ਪਾਉਣ ਦਾ ਆਨੰਦ ਮਾਣਿਆ ਆ, ਉਹੀ ਬੰਦੇ ਵੋਟ ਪਾ ਸਕਦੇ ਆ। ਵੀ ਨਵੇਂ ਜਿਹੜੇ ਸਲੇਵਸ ਆ, ਕਾਲੇ ਆ, ਨੀਗਰੋ ਆ, ਉਹ ਵੋਟ ਨਹੀਂ ਪਾ ਸਕਦੇ। ਇਹ ਅਮਰੀਕਾ ਦੇ ਗੋਰਿਆਂ ਦੇ ਨਾਲ ਹੁੰਦਾ ਰਿਹਾ ਸੀਗਾ। ਫਿਰ ਬਾਬਾ ਸਾਹਿਬ ਇਹ ਦੱਸਦੇ ਆ ਵੀ ਇੱਕ ਇੱਥੇ ਦਾ ਕਲੈਨ ਸੀਗਾ ਕੇ ਜਿਹਨੂੰ ਆਪਾਂ ਕੂ ਕਲਕਸ ਕਲੈਨ ਕਹਿੰਦੇ ਆ। ਕਹਿੰਦੇ ਵੀ ਇਹ ਵੀ ਇੱਕ ਕੁਝ ਗੋਰਿਆਂ ਦੇ ਸਪੋਰਟਰ ਸੀਗੇ। ਕਲੈਨ ਸ਼ੁਰੂ ਹੋਇਆ ਸੀ ਯੰਗ ਯੂਥ ਵੱਲੋਂ ਸ਼ੁਰੂ ਹੋਇਆ ਸੀ। ਇਹ ਇੰਟਰਟੇਨਮੈਂਟ ਪਹਿਲਾਂ ਕਰਦੇ ਹੁੰਦੇ ਸੀਗੇ, ਬਾਅਦ ਵਿੱਚ ਇੱਕ ਆਰਗੇਨਾਈਜੇਸ਼ਨ ਬਣ ਗਈ ਜਿਹਨੇ ਕਾਲਿਆਂ ਨੂੰ ਦਬਾਉਣਾ ਸ਼ੁਰੂ ਕੀਤਾ। ਉਹਨਾਂ ਦੇ ਜਿਹੜੇ ਸਿਆਸੀ ਅਧਿਕਾਰ ਸੀ ਉਹਨਾਂ ਦਾ ਹਨਨ ਕਰਨਾ ਸ਼ੁਰੂ ਕੀਤਾ। ਇਹਨਾਂ ਨੇ ਉਹਨਾਂ ਉੱਤੇ ਵੀ ਤਸ਼ੱਦਦ ਕੀਤੀ ਜਿਹੜੇ ਗੋਰੇ ਲੋਕ ਕਾਲਿਆਂ ਦੀ ਸਪੋਰਟ ਕਰਦੇ ਸੀਗੇ। ਤੇ ਉਸ ਤੋਂ ਬਾਅਦ ਕਹਿੰਦੇ ਵੀ ਇਹ ਜਿਹੜੇ ਕਾਲੇ ਲੋਕ ਹੈਗੇ ਆ, ਜਿਹੜੇ ਗੋਰੇ ਲੋਕ ਹੈਗੇ ਆ, ਉਹਨਾਂ ਨੇ ਇਹ ਕੇ ਜਿਹੜਾ ਸੀਗਾ ਕੂ ਕਲਕਸ ਕਲੈਨ ਆ, ਉਹਦੀ ਸਪੋਰਟ ਕਰਨੀ ਸ਼ੁਰੂ ਕੀਤੀ। ਫਿਰ ਮੈਨੂੰ ਇੱਥੇ ਬਰੀਫ ਕਰਨ ਲੱਗਾ ਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਆ, ਉਹਨੇ ਗੋਰਿਆਂ ਦਾ ਸਮਰਥਨ ਕੀਤਾ। ਉਹਨੇ ਜਿਹੜਾ ਕੂ ਕਲਕਸ ਕਲੈਨ ਸੀਗਾ, ਕੇ ਸੀਗਾ, ਅਮਰੀਕਾ ਦੇ ਜਿਹੜਾ ਸੁਪਰੀਮ ਕੋਰਟ ਸੀਗਾ, ਉਹਨੇ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਵੀ ਗੋਰੇ ਸਹੀ ਹੈਗੇ ਆ, ਵੀ ਕਾਲਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਹੁਣ ਮਤਲਬ ਬਾਬਾ ਸਾਹਿਬ ਵਿੱਚ ਦੱਸਣਾ ਚਾਹੁੰਦੇ ਹੈਗੇ ਆ ਕਿ ਵੀ ਜਿਹੜੇ ਅਛੂਤ ਆ ਨਾ, ਉਹ ਇਹ ਨਹੀਂ ਚਾਹੁੰਦੇ ਹੈਗੇ ਕਿ ਜੋ ਹਾਲਾਤ ਕਾਲਿਆਂ ਦੇ ਆਜ਼ਾਦੀ ਦੀ ਲੜਾਈ 'ਚ ਲੜਨ ਤੋਂ ਬਾਅਦ ਹੋਏ ਆ, ਉਹ ਅਛੂਤਾਂ ਦੇ ਵੀ ਹੋਣ। ਅਸੀਂ ਨਹੀਂ ਚਾਹੁੰਦੇ ਵੀ ਗਾਂਧੀ ਦੀ ਜਿਹੜੀ ਲੜਾਈ ਹੈਗੀ ਆ, ਫਰੀडम ਦੀ, ਆਜ਼ਾਦੀ ਦੀ ਲੜਾਈ ਆ, ਬਾਅਦ ਵਿੱਚ ਸਾਨੂੰ ਇਹ ਧੋਖਾ ਮਿਲੇ। ਤੇ ਇਹਦੇ ਵਿੱਚ ਕੁਝ ਗਲਤ ਕੀ ਆ? ਜੋ ਅਸੀਂ ਇਤਿਹਾਸ ਤੋਂ ਸਿੱਖਿਆ ਆ, ਦੁਨੀਆ ਦੇ ਇਤਿਹਾਸ ਤੋਂ ਸਿੱਖਿਆ ਆ, ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਕਾਲਿਆਂ ਦੇ ਨਾਲ ਜੋ ਅਮਰੀਕਾ ਦੇ ਵਿੱਚ ਹੋਇਆ, ਅਸੀਂ ਨਹੀਂ ਚਾਹੁੰਦੇ ਕਿ ਭਾਰਤ ਦੇ ਅਛੂਤਾਂ ਦੇ ਨਾਲ ਹੋਵੇ, ਹਨਾ ਜੀ। ਤੇ ਬਾਬਾ ਸਾਹਿਬ ਇਹਦੇ ਵਿੱਚ ਕਹਿੰਦੇ ਕਿ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ। ਫਿਰ ਹੁਣ ਬਾਬਾ ਸਾਹਿਬ ਦੱਸਦੇ ਵੀ ਕਿ ਫਰੀडम ਆਫ ਫਾਈਟ, ਉਹਦੇ ਬਾਰੇ ਦੱਸਦੇ ਵੀ ਆਪਣੀ ਫਾਈਟ ਫॉर ਫਰੀडम ਜਿਹੜੀ ਆਜ਼ਾਦੀ ਦੀ ਲੜਾਈ ਦੇ ਬਾਰੇ ਬਾਬਾ ਸਾਹਿਬ ਦੱਸ ਰਹੇ ਵੀ ਗਾਂਧੀ ਕਾਹਦੇ ਖੜਾ ਪਿਆ ਆ। ਬਾਬਾ ਸਾਹਿਬ ਕਹਿੰਦੇ ਆ ਕਿ ਜਿਹੜੇ ਗੋਰੇ ਹੈਗੇ ਆ, ਉਹਨਾਂ ਨੇ ਆਪਣਾ ਮਨ ਪੂਰਾ ਬਣਾ ਚੁੱਕਿਆ ਕਿ ਭਾਰਤ ਨੂੰ ਛੱਡ ਦੇਣਾ ਹੈਗਾ ਆ। ਉਹਨਾਂ ਨੇ, ਬਾਬਾ ਸਾਹਿਬ ਕਹਿੰਦੇ ਹੈਗੇ ਕਿ ਜਿਹੜੀ ਕਾਂਗਰਸ ਹੈਗੀ ਆ, ਜਦ ਹੁਣ ਇਹਨਾਂ ਨੂੰ ਇਹ ਪਤਾ ਆ ਕਿ ਜਿਹੜੇ ਬ੍ਰਿਟਿਸ਼ ਗਵਰਨਮੈਂਟ ਹੈਗੀ ਆ, ਉਹਦਾ ਜਿਹੜਾ ਨਜ਼ਰੀਆ ਹੈਗਾ ਆ ਭਾਰਤੀ ਲੋਕਾਂ ਨੂੰ ਲੈ ਕੇ ਬਹੁਤ ਬਦਲਿਆ ਹੋਇਆ ਆ, ਉਹ ਆਪ ਹੁਣ ਭਾਰਤ ਨੂੰ ਛੱਡਣਾ ਚਾਹੁੰਦੇ ਆ। ਵੀ ਕਾਂਗਰਸ ਜਿਹੜੀ ਆ, ਉਹ ਆਪਣਾ ਗੱਡਾ ਹੁਣ ਘੋੜੇ ਮੋਰੇ ਜ਼ਬਰਦਸਤੀ ਕਾਹਤੇ ਲਾਈ ਜਾਂਦੀ ਆ। ਆਪਾਂ ਘੋੜੇ ਦੇ ਮਗਰ ਲਾਈਦਾ ਨਾ, ਉਹ ਮੋਰੇ ਲਾਉਣ ਨੂੰ ਕਰਦੇ ਹੀ ਕਾਂਗਰਸ ਲਾ ਰਹੀ ਆ। ਵੀ ਕਿਉਂ ਲਾ ਰਹੀ ਹੈਗੀ ਆ? ਕਹਿੰਦੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨਾਂ ਨੇ 1857 ਦੀ ਲੜਾਈ ਤੋਂ ਬਾਅਦ ਜਿਹੜਾ ਲਾਰੈਂਸ ਸੀਗਾ, ਉਹਨੇ ਇਹ ਗੱਲ ਕਹੀ ਸੀ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈਗੀ ਹੈ ਨਾ, ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਤਲਵਾਰ ਦੀ ਨੋਕ ਦੇ ਉੱਤੇ ਕਬਜ਼ਾ ਕੀਤਾ ਆ, ਤੇ ਉਹਨੇ ਆਪਣਾ ਰਾਜ ਜਿਹੜਾ ਆ ਤਲਵਾਰ ਦੀ ਨੋਕ ਦੇ ਉੱਤੇ ਹੀ ਸਥਾਪਿਤ ਕਰਕੇ ਰੱਖਣਾ, ਤਲਵਾਰ ਦੀ ਧਾਰ ਦੇ ਉੱਤੇ ਹੀ ਸਥਾਪਿਤ ਕਰਕੇ ਰੱਖਣਾ ਹੈਗਾ ਆ। ਕਹਿੰਦੇ ਜਿਹੜਾ ਇਹ ਐਟੀਟਿਊਡ ਸੀਗਾ, ਉਹ ਹੁਣ ਖਤਮ ਹੋ ਗਿਆ। ਗੋਰੇ ਹੁਣ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਆ। ਉਹਨਾਂ ਨੇ ਇਹ ਸੋਚਿਆ ਆ ਕਿ ਜਿਹੜੇ ਭਾਰਤ ਦੇ ਲੋਕ ਹੈਗੇ ਆ, ਉਹ ਪੋਲੀਟੀਕਲੀ ਉਹ ਪਾਰਲੀਮੈਂਟਾਂ ਚਲਾ ਸਕਦੇ ਆ, ਪਾਰਲੀਮੈਂਟ ਇੰਸਟੀਟਿਊਸ਼ਨ ਜਿਹੜੇ ਹੈਗੇ ਆ, ਉਹਨਾਂ ਨੂੰ ਚਲਾ ਸਕਦੇ ਆ। ਉਹ ਇੰਨੇ ਕੈਪੇਬਲ ਹੋ ਗਏ ਆ, ਉਹ ਇੰਨੇ ਸਮਰਥਕ ਹੋ ਚੁੱਕੇ ਆ। ਬਾਬਾ ਸਾਹਿਬ ਕਹਿੰਦੇ ਹੁਣ ਉਹਨਾਂ ਨੇ ਭਾਰਤੀ ਲੋਕਾਂ ਨੂੰ ਪੋਲੀਟੀਕਲ ਟ੍ਰੇਨਿੰਗਸ ਵੀ ਦੇਣੀਆਂ ਸ਼ੁਰੂ ਕੀਤੀਆਂ ਆ। ਫਿਰ ਉਹਨਾਂ ਨੇ ਲੋਕਲ ਜਿਹੜੀਆਂ ਸੈਲਫ ਗਵਰਨਮੈਂਟ ਬਣਾਉਣੀਆਂ ਸ਼ੁਰੂ ਕੀਤੀਆਂ ਆ। ਉਸ ਤੋਂ ਬਾਅਦ ਕਹਿੰਦੇ ਵੀ ਮੌਂਟੈਗੋ ਚੈਮਸਫੋਰਡ ਜਿਹੜਾ ਹੈਗਾ ਆ, ਉਹ ਰੀਫਾਰਮ ਹੁੰਦਾ ਆ, ਜਿਹਦੇ ਵਿੱਚ ਸਟੇਟ ਦੀਆਂ ਸਰਕਾਰਾਂ ਨੂੰ ਅਧਿਕਾਰ ਦਿੱਤੇ ਗਏ ਆ ਵੀ ਤੁਸੀਂ ਸਟੇਟ ਦੀਆਂ ਸਰਕਾਰਾਂ ਚਲਾ ਸਕਦੇ ਆ, ਵਿੱਚ ਉਹਦੇ ਇੰਡੀਅਨ ਬੰਦੇ ਹੋਣੇ ਆ। ਸੋ ਇਹ ਮਤਲਬ ਜਿਹੜੀ ਲੜਾਈ ਚੱਲ ਰਹੀ ਹੈਗੀ ਆ, ਉਹ ਗੋਰੇ ਤਾਂ ਬਹੁਤ ਸਮੂਥਲੀ ਜਿਹੜੀ ਆ ਟ੍ਰਾਂਜੀਸ਼ਨ ਜਿਹੜੀ ਆ ਪਾਵਰ ਦੀ ਕਰ ਰਹੇ ਹੈਗੇ ਆ। ਗਾਂਧੀ ਹੁਣੀ ਆਜ਼ਾਦੀ ਦੀ ਲੜਾਈ ਕਾਹਤੇ ਸ਼ੁਰੂ ਕਰ ਲਈ ਵਿੱਚ ਵੀ ਹੁਣ ਸਾਨੂੰ ਆਜ਼ਾਦੀ ਚਾਹੀਦੀ ਹੈਗੀ ਆ। ਤੇ ਹੁਣ ਕਹਿੰਦੇ ਹੈਗੇ ਆ ਕਿ ਅੱਗੇ ਦੱਸਦੇ ਹੈਗੇ ਕਿ ਵੀ ਮਤਲਬ ਕਿ ਹੁਣ ਉਹ ਇਹ ਗੱਲ ਨਹੀਂ ਕਹਿੰਦੇ ਹੈਗੇ ਕਿ ਵੀ ਜਿਹੜੇ ਇੰਡੀਅਨ ਹੈਗੇ ਆ, ਉਹਨਾਂ ਦਾ ਜਿਹੜਾ ਉਹ ਕੈਪੇਬਲ ਨਹੀਂ ਹੈਗੇ, ਉਹਨਾਂ ਵਿੱਚ ਐਡਾ ਗੁਣ ਨਹੀਂ ਹੈ ਵੀ ਉਹ ਪਾਰਲੀਮੈਂਟ ਚਲਾ ਸਕਣ। ਹੁਣ ਤਾਂ ਉਹ ਆਪ ਦੇ ਰਹੇ ਹੈਗੇ ਆ। ਹੁਣ ਤਾਂ ਉਹ ਕਹਿ ਰਹੇ ਹੈਗੇ ਆ ਕਿ ਜਿਹੜੇ ਭਾਰਤ ਦੇ ਲੋਕ ਆ, ਉਹਨਾਂ ਦਾ ਇਹ ਅਧਿਕਾਰ ਬਣਦਾ ਵੀ ਜਿਹੜਾ ਆਉਣ ਵਾਲਾ ਕਨਸਟੀਟਿਊਸ਼ਨ ਆ, ਉਹ ਭਾਰਤ ਦੇ ਲੋਕ ਆਪ ਬਣਾਉਣਗੇ। ਹੋਰ ਇਸ ਤੋਂ ਵੱਧ ਕਹਿੰਦੇ ਕੀ ਚਾਹੀਦਾ ਹੈਗਾ? ਹੁਣ ਤਾਂ ਕਹਿੰਦੇ ਵੀ ਇਸ ਦਾ ਪ੍ਰੂਫ ਜਿਹੜਾ ਹੈਗਾ, ਜਿਹੜੇ ਕ੍ਰਿਪਸ ਪ੍ਰਪੋਜ਼ਲ ਹੈਗੇ, ਜਦੋਂ ਕਨਸਟੀਟਿਊਸ਼ਨ ਆ ਰਿਹਾ ਸੀਗਾ, ਕਿੱਦਾਂ ਪ੍ਰਪੋਜ਼ਲ ਰੱਖੀਆਂ ਗਈਆਂ ਸੀ, ਉਹ ਕਹਿੰਦੇ ਵੀ ਇਹਦਾ ਸਭ ਤੋਂ ਵੱਡਾ ਪ੍ਰੂਫ ਜਿਹੜਾ ਆ ਕ੍ਰਿਪਸ ਪ੍ਰਪੋਜ਼ਲ ਹੈਗੀ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਆਲਰੇਡੀ ਜਿਹੜੀ ਆ ਬ੍ਰਿਟਿਸ਼ ਗਵਰਨਮੈਂਟ ਹੈਗੀ ਆ, ਉਹ ਭਾਰਤ ਛੱਡਣ ਨੂੰ ਤਿਆਰ ਆ। ਆਜ਼ਾਦੀ ਦੀ ਲੜਾਈ ਦਾ ਤਾਂ ਕੋਈ ਤੁੱਕਾ ਹੀ ਨਹੀਂ ਬਣਦਾ ਹੈਗਾ, ਹਨਾ। ਫਿਰ ਅੱਗੇ ਕਹਿੰਦੇ ਹੈਗੇ ਆ ਕਿ
ਹੁਣ ਅੱਗੇ ਦੱਸ ਰਹੇ ਹੈਗੇ ਆ ਕਿ ਕਹਿੰਦੇ ਵੀ ਜਿਹੜੀ ਜਿਹੜੀ ਕਾਂਗਰਸ ਹੈਗੀ ਆ ਉਹ ਬ੍ਰਿਟਿਸ਼ ਗਵਰਨਮੈਂਟ ਦੀਆਂ ਜਿਹੜੀਆਂ ਪ੍ਰਪੋਜ਼ਲ ਹੈਗੀਆਂ ਆ ਵੀ ਬ੍ਰਿਟਿਸ਼ ਗਵਰਨਮੈਂਟ ਜੋ ਕਰਨ ਨੂੰ ਕਹਿੰਦੀ ਹੈਗੀ ਆ ਉਹਨੂੰ ਅਪੋਜ਼ ਕਾਤੇ ਕਰ ਰਹੀ ਹੈਗੀ ਆ। ਕਹਿੰਦੇ ਇਹਦੀਆਂ ਦੋ ਧਾਰਨਾਵਾਂ ਹੈਗੀਆਂ ਆ। ਕਹਿੰਦੇ ਵੀ ਉਹ ਇਹ ਕਹਿ ਰਹੇ ਹੈਗੇ ਆ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈਗੀ ਆ ਨਾ, ਉਹ ਇੱਕ ਤਾਂ ਅਛੂਤਾਂ ਨੂੰ ਵਰਤ ਰਹੀ ਹੈਗੀ ਆ ਕਿ ਇਹਨਾਂ ਨੂੰ ਵਿੱਚ ਅਛੂਤਾਂ ਨੂੰ ਯੂਜ਼ ਕਰ ਰਹੀ ਹੈਗੀ ਆ ਕਿ ਸਾਨੂੰ ਜਿਹੜੇ ਆ ਸੇਫਗਾਰਡ ਦਿੱਤੇ ਜਾਣ ਤਾਂ ਕਿ ਜਿਹੜੀ ਆਜ਼ਾਦੀ ਦੀ ਲੜਾਈ ਦੇ ਵਿੱਚ ਅੜਚਨ ਪਾਈ ਜਾਵੇ। ਉਹ ਇਸ ਤਰੀਕੇ ਦੇ ਨਾਲ ਅਛੂਤਾਂ ਨੂੰ ਉਹ ਟੂਲ ਦੇ ਵਾਂਗੂ, ਹਥਿਆਰ ਦੇ ਵਾਂਗੂ ਵਰਤ ਰਹੀ ਹੈਗੀ ਆ। ਕਹਿੰਦੇ ਵੀ ਇਹ ਬਹੁਤ ਸਟੂਪਿਡ ਜਿਹੜਾ ਆ, ਮੂਰਖਤਾਪੂਰਨ ਜਿਹੜੀ ਆ ਆਰਗੂਮੈਂਟ ਹੈਗਾ ਆ, ਆਨਸਰ ਹੈਗਾ ਆ। ਪਹਿਲੇ ਨੰਬਰ ਦੇ ਉੱਤੇ ਜਿਹੜੇ ਅਛੂਤ ਹੈਗੇ ਆ ਉਹਨਾਂ ਨੇ ਕਦੀ ਵੀ ਜਿਹੜੀਆਂ ਆ ਉਹ ਤਰਕਹੀਨ ਜਿਹੜੀਆਂ ਡਿਮਾਂਡਸ ਨਹੀਂ ਰੱਖੀਆਂ ਹੈਗੀਆਂ, ਇੰਪੋਸੀਬਲ ਜਿਹੜੀਆਂ ਕਦੀ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਉਹ ਡਿਮਾਂਡ ਨਹੀਂ ਰੱਖੀਆਂ। ਦੂਜੀਆਂ ਜਿਹੜੀਆਂ ਉਹਨਾਂ ਦੀਆਂ ਡਿਮਾਂਡਾਂ ਬਹੁਤ ਲੈਜਿਟਿਮੇਟ ਹੈਗੀਆਂ ਆ, ਬਹੁਤ ਤਰਕਪੂਰਵਕ ਹੈਗੀਆਂ ਆ, ਉਹ ਤਰਕਹੀਨ ਨਹੀਂ ਹੈਗੀਆਂ। ਤੇ ਹੁਣ ਅੱਗੇ ਦੱਸਦੇ ਹੈਗੇ ਅਛੂਤ ਜਿਹੜੇ ਆ ਉਹ ਆਪਣੇ ਆਪ ਨੂੰ ਹਿੰਦੂ ਮਿਨੋਰਿਟੀ ਰੂਲ ਦੇ ਅੱਗੇ ਆਪਣੇ ਆਪ ਨੂੰ ਉਹ ਅਰਪਣ ਕਰ ਸਕਦੇ ਆ, ਪਰ ਸਾਡੇ ਨਾਲ ਇੱਕ ਵਾਅਦਾ ਕੀਤਾ ਜਾਵੇ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਰੀਜ਼ਨੇਬਲ ਜਿਹੜੇ ਹੈਗੇ ਆ ਸੇਫਗਾਰਡ ਦਿੱਤੇ ਜਾਣ। ਅਛੂਤ ਹੋਰ ਕੁਝ ਨਹੀਂ ਚਾਹੁੰਦਾ ਹੈਗਾ। ਤੇ ਜਿਹੜੀ ਇਹ ਵੀਟੋ ਦੀ ਗੱਲ ਕਰਦੇ ਆ, ਇਹ ਤਾਂ ਸਿਰਫ ਨਿੰਦਿਆ ਕਰ ਰਹੀ ਆ ਕਾਂਗਰਸ ਸਾਡੀ, ਹੋਰ ਇਹਦੇ ਵਿੱਚ ਕੁਝ ਨਹੀਂ ਹੈਗੀ। ਜੇ ਕਾਂਗਰਸ ਨੂੰ ਇਦਾਂ ਲੱਗਦਾ ਆ ਕਿ ਬਈ ਜਿਹੜੇ ਗੋਰੇ ਹੈਗੇ ਆ ਜਾਂ ਅਛੂਤ ਜਿਹੜੇ ਆ ਉਹ ਐਗਰੀਮੈਂਟ ਨਹੀਂ ਕਰਦੇ, ਕਹਿੰਦੇ ਉਹ ਇੰਟਰਨੈਸ਼ਨਲ ਬੋਰਡ ਆਫ ਆਰਬਿਟ੍ਰੇਸ਼ਨ ਦੇ ਵਿੱਚ ਜਾ ਸਕਦੇ ਆ, ਆਪਣੀਆਂ ਮੰਗਾਂ ਰੱਖ ਸਕਦੇ। ਨਾ ਹੀ ਇਹਦੇ ਵਿੱਚ ਗੋਰਿਆਂ ਨੂੰ ਕੋਈ ਪ੍ਰੋਬਲਮ ਹੋਣੀ ਆ, ਨਾ ਹੀ ਇਹਦੇ ਵਿੱਚ ਕੋਈ ਅਛੂਤਾਂ ਨੂੰ ਪ੍ਰੋਬਲਮ ਹੋਣੀ ਹੈਗੀ ਆ। ਤੇ ਕਹਿੰਦੇ ਵੀ ਹੁਣ ਕਾਂਗਰਸ ਕੀ ਚਾਹੁੰਦੀ ਆ ਇਹਦੇ ਮਗਰ? ਕਾਂਗਰਸ ਚਾਹੁੰਦੀ ਆ ਵੀ ਬ੍ਰਿਟਿਸ਼ ਸਰਕਾਰ ਜਿਹੜੀ ਆ ਉਹਨੂੰ ਡਰਾ ਕੇ ਪਾਵਰ ਨੂੰ ਟ੍ਰਾਂਸਫਰ ਕੀਤਾ ਜਾਵੇ ਤੇ ਉਹ ਕਾਂਗਰਸ ਦੇ ਹੱਥ ਉਹਦੀ ਕੁੰਜੀ ਫੜਾਈ ਜਾਵੇ, ਤਾਂ ਕਿ ਜਿਹੜੀ ਕਾਂਗਰਸ ਆ ਉਹ ਜਿਹੜੇ ਅਛੂਤਾਂ ਦੇ ਸੇਫਗਾਰਡ ਆ, ਅਛੂਤਾਂ ਦੇ ਲਈ ਜਿਹੜਾ ਰਾਖਵਾਂਕਰਨ ਜਾਂ ਅਛੂਤਾਂ ਦੇ ਲਈ ਜੋ ਸੇਫਗਾਰਡ ਕਨਸਟੀਟਿਊਸ਼ਨ ਦੇ ਵਿੱਚ ਰੱਖਣੇ ਸੀਗੇ ਉਹਨੂੰ ਉਹ ਮਨਾ ਕਰ ਸਕੇ, ਉਹਨੂੰ ਉਹ ਰੋਕ ਸਕੇ, ਉਹਦੇ ਤੇ ਰੋਕ ਲਾ ਸਕੇ। ਕਹਿੰਦੇ ਇਹ ਕਾਂਗਰਸ ਜਿਹੜੀ ਆ ਚਾਹੁੰਦੀ ਆ। ਇਸ ਕਰਕੇ ਅਸੀਂ ਜਿਹੜੇ ਹੈਗੇ ਆ ਫਰੀडम ਆਫ ਜਿਹੜੀ ਫਾਈਟ ਫॉर ਫਰੀडम ਆ ਕਾਂਗਰਸੀ, ਉਹਦਾ ਹਿੱਸਾ ਨਹੀਂ ਬਣਦੇ ਹੈਗੇ। ਦੂਸਰੀ ਜਿਹੜੀ ਉਹ ਗੱਲ ਕਹਿੰਦੇ ਹੈਗੇ ਆ, ਉਹ ਇਹ ਕਹਿ ਰਹੇ ਹੈਗੇ ਕਿ ਜਿਹੜੀ ਕਾਂਗਰਸ ਆ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹ ਇਮਾਨਦਾਰ ਨਹੀਂ ਹੈਗੀ। ਕਹਿੰਦੇ ਹੁਣ ਆਪਾਂ ਇੱਥੇ ਵੀ ਦੇਖਣਾ ਹੈਗਾ ਆ ਵੀ ਕੀ ਜਿਹੜੀ ਗੋਰਿਆਂ ਦੀ ਸਰਕਾਰ ਹੈਗੀ ਆ ਕੀ ਉਹ ਇਮਾਨਦਾਰ ਨਹੀਂ ਹੈਗੀ, ਹਨਾ? ਤੇ ਹੁਣ ਕਹਿੰਦੇ ਹੈਗੇ ਆ ਕਿ ਆਪਾਂ ਨੂੰ ਪਿੱਛੇ ਜੋ ਆਪਾਂ ਦੇਖਿਆ ਹੈਗਾ ਵੀ ਜਿਹੜੀਆਂ ਰੀਫਾਰਮਸ ਭਾਰਤ ਦੇ ਵਿੱਚ ਹੋਈਆਂ ਹੈਗੀਆਂ ਆ, ਜਿਹੜੀ ਗੋਰੀ ਸਰਕਾਰ ਹੈਗੀ ਆ ਸਾਡੀਆਂ ਮੰਗਾਂ ਹੌਲੀ ਬਾਏ ਹੌਲੀ ਪੂਰੀਆਂ ਕਰ ਰਹੀ ਹੈਗੀਆਂ। ਹੌਲੀ ਬਾਏ ਹੌਲੀ ਅਸੀਂ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੈਗੇ ਆ। ਹਰ ਭਾਰਤ ਦੀਆਂ ਸਾਰੇ ਲੋਕਾਂ ਦੀਆਂ ਜਿੰਨੀਆਂ ਕਮਿਊਨਿਟੀਜ਼ ਹੈਗੀਆਂ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਰਹੀਆਂ ਹੈਗੀਆਂ, ਹਨਾ? ਤੇ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹ ਇਮਾਨਦਾਰ ਨਹੀਂ ਹੈਗੀ। ਕਹਿੰਦੇ ਜੇ ਇਹ ਪ੍ਰੋਸੈਸ ਸਲੋ ਚੱਲ ਰਿਹਾ ਹੈਗਾ ਆ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਆ, ਭਾਰਤ ਦੀਆਂ ਕਮਿਊਨਿਟੀਜ਼ ਕਸੂਰਵਾਰ ਆ, ਕਿਉਂਕਿ ਥੋੜੀ ਚੀਜ਼ ਦੇ ਨਾਲ ਅਸੀਂ ਸੰਤੁਸ਼ਟ ਨਹੀਂ ਹੁੰਦੇ ਹੈਗੇ। ਹੁਣ ਅੱਗੇ ਦੱਸਦੇ ਹੈਗੇ ਆ ਕਿ ਐਕਚੁਅਲੀ ਹੈ ਕੀ ਆ ਵੀ 1886 ਤੱਕ ਕਿਸੇ ਵੀ ਇੰਡੀਅਨ ਨੇ ਇਹ ਕੇਅਰ ਨਹੀਂ ਕੀਤੀ ਵੀ ਸਾਡੇ ਉੱਤੇ ਰਾਜ ਕੌਣ ਕਰ ਰਿਹਾ ਹੈਗਾ ਆ। ਕਹਿੰਦੇ ਵੀ ਸਾਰੇ ਆਪਣੀ ਜ਼ਿੰਦਗੀ ਆਰਾਮ ਨਾਲ ਜਿਉ ਰਹੇ ਸੀ। 1886 ਦੇ ਵਿੱਚ ਜਦੋਂ ਕਾਂਗਰਸ ਦਾ ਗਠਨ ਹੁੰਦਾ, ਕਹਿੰਦੇ ਉਦੋਂ ਉਹਨਾਂ ਨੇ ਥੋੜਾ ਜਿਹਾ 1886 ਦੇ ਵਿੱਚ ਕਹਿੰਦੇ ਉਦੋਂ ਉਹਨਾਂ ਨੇ ਭਾਰਤ ਦੀ ਸਰਕਾਰ ਦੇ ਵਿੱਚ ਇੰਟਰਸਟ ਲੈਣਾ ਪਹਿਲੀ ਵਾਰੀ ਸ਼ੁਰੂ ਕੀਤਾ। ਕਾਂਗਰਸ ਨੇ ਕਹਿੰਦੇ 1910 ਤੱਕ ਸਿਰਫ ਇਹੀ ਕੀਤਾ ਵੀ ਇੱਕ ਚੰਗੀ ਗਵਰਨਮੈਂਟ ਹੋਣੀ ਚਾਹੀਦੀ ਆ। ਇਹ ਨਹੀਂ ਕਿਹਾ ਵੀ ਇੱਥੇ ਗੋਰਿਆਂ ਦੀ ਸਰਕਾਰ ਨਹੀਂ ਹੋਣੀ ਚਾਹੀਦੀ ਜਾਂ ਗੋਰੇ ਬਾਹਰ ਭਜਾਉਣੇ ਆ, ਇਦਾਂ ਨਹੀਂ, ਵੀ ਇੱਕ ਚੰਗੀ ਗਵਰਨਮੈਂਟ ਸਾਨੂੰ ਦੇ ਦਿਓ। ਫਿਰ ਕਹਿੰਦੇ ਵੀ ਉਸ ਤੋਂ ਬਾਅਦ 1919 ਦੇ ਵਿੱਚ ਜਦੋਂ ਮੈਟਾਗੂ ਚੈਮਸਫੋਰਡ ਰੀਫਾਰਮ ਹੁੰਦਾ ਆ, ਉਹਦੇ ਵਿੱਚ ਵੀ ਕਾਂਗਰਸ ਜਿਹੜੀ ਆ ਆਪਣੀਆਂ ਜਿਹੜੀ ਇੰਡੀਅਨ ਹੈਗੇ ਆ ਉਹ ਸਿਰਫ ਇਹੀ ਮੰਗਾਂ ਰੱਖਦੇ ਆ ਕਿ ਇੱਕ ਸੈਲਫ ਗਵਰਨਮੈਂਟ ਹੋਣੀ ਚਾਹੀਦੀ ਆ, ਜਿਹੜੀ ਤੇ ਸਵੈ ਨਿਰਭਰ ਜਿਹਨੂੰ ਆਪਾਂ ਸੈਲਫ ਗਵਰਨਮੈਂਟ ਜਿਹਨੂੰ ਆਪਾਂ ਕਹਿੰਦੇ ਆ। ਰਾਉਂਡ ਟੇਬਲ ਕਾਨਫਰੰਸ ਤੱਕ 1931 ਤੱਕ ਗਾਂਧੀ ਸਿਰਫ ਇਹ ਕਹਿ ਰਿਹਾ ਕਿ ਪ੍ਰੋਵਿੰਸ਼ੀਅਲ ਆਟੋਨੋਮੀ ਹੋਣੀ ਚਾਹੀਦੀ ਹੈ, ਸੂਬਾਈ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ, ਭਾਵ ਕਿ ਸੂਬੇ ਦੇ ਕੋਲ ਆਪਣੀ ਸਰਕਾਰ ਚਲਾਉਣ ਦੇ ਖੁਦ ਦੇ ਅਧਿਕਾਰ ਹੋਣੇ ਚਾਹੀਦੇ ਆ। ਕਹਿੰਦੇ ਇੱਥੇ ਤੱਕ ਵੀ ਇਹ ਰੌਲਾ ਨਹੀਂ ਸੀ ਵੀ ਸਾਡਾ ਦੇਸ਼ ਆਜ਼ਾਦ ਹੋਵੇ, ਸਾਡਾ ਦੇਸ਼ ਆਜ਼ਾਦ ਹੋਵੇ, ਹਨਾ? ਤੇ ਜਿੰਨੀਆਂ ਇਹਨਾਂ ਨੇ ਮੰਗਾਂ ਕੀਤੀਆਂ ਆ ਵੀ ਕਿਤੇ ਇਹਨਾਂ ਨੇ ਸੈਲਫ ਗਵਰਨਮੈਂਟ ਦੀ ਮੰਗ ਕੀਤੀ ਹੈ, ਕਿਤੇ ਇਹਨਾਂ ਨੇ ਪ੍ਰੋਵਿੰਸ਼ੀਅਲ ਆਟੋਨੋਮੀ ਦੀ ਗੱਲ ਕੀਤੀ ਹੈਗੀ ਆ, ਗੋਰਿਆਂ ਨੇ ਉਸ ਤੋਂ ਜ਼ਿਆਦਾ ਦਿੱਤਾ। ਕਹਿੰਦੇ ਹੁਣ ਉਹ ਨਹੀਂ ਹਾਲਾਤ ਹੈਗੇ ਕਿ ਸੱਪ ਜਿਹੜਾ ਆ ਇੱਕ ਖਜ਼ਾਨੇ ਉੱਤੇ ਕੁੰਡਲੀ ਮਾਰ ਕੇ ਬੈਠਾ ਆ ਤੇ ਉਹ ਖਜ਼ਾਨੇ ਨੂੰ ਹੱਥ ਨਹੀਂ ਲਾਉਣ ਦਿੰਦਾ। ਅੱਜ ਉਹ ਕਹਾਣੀ ਕਹਿੰਦੇ ਹੁਣ ਪੁਰਾਣੀ ਹੋ ਗਈ ਆ। ਅੱਜ ਤਾਂ ਬ੍ਰਿਟਿਸ਼ ਗਵਰਨਮੈਂਟ ਆਪ ਦੇਣ ਨੂੰ ਤਿਆਰ ਬੈਠੀ ਆ। ਕਹਿੰਦੇ ਕਿਉਂ ਕਾਂਗਰਸ ਇਹਦਾ ਫਾਇਦਾ ਨਹੀਂ ਲੈ ਰਹੀ ਹੈਗੀ? ਕਿਉਂ ਅਸੀਂ ਸਾਰੇ ਜਿੰਨੇ ਵੀ ਸਮਾਜ ਦੇ ਜਿੰਨੇ ਵੀ ਕਮਿਊਨਿਟੀਜ਼ ਹੈਗੀਆਂ ਆ
ਇਕੱਠੇ ਹੋ ਕੇ ਇੱਕ ਐਗਰੀਮੈਂਟ ਕਰਕੇ ਇੱਕ ਜੁਆਇੰਟ ਐਪਲੀਕੇਸ਼ਨ ਇੱਕ ਐਪਲੀਕੇਸ਼ਨ ਪਾ ਕੇ ਕਿਉਂ ਨਾ ਆਪਣੀ ਜ਼ਮੀਨ ਛਡਾ ਲਈਏ। ਭਾਰਤ ਦੀ ਗੱਲ ਕਰ ਰਿਹਾ ਵੀ ਤੁਸੀਂ ਐਗਰੀਮੈਂਟ ਕਿਉਂ ਨਹੀਂ ਕਰਦੇ, ਹਨਾ। ਪਰ ਕਾਂਗਰਸ ਜਿਹੜੀ ਆ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੀ। ਤੇ ਪਰ ਜਿਹੜਾ ਇਹਨਾਂ ਦਾ ਇਹ ਗੱਲ ਤਾਂ ਕਹਿਣਾ ਆ ਵੀ ਜਿਹੜੀ ਅਛੂਤ ਆ ਉਹ ਟੂਲ ਆ ਤੇ ਉਹ ਜਿਹੜੀ ਆਜ਼ਾਦੀ ਦੀ ਲੜਾਈ ਉਹ ਕਾਂਗਰਸ ਦੇ ਨਾਲ ਰਲ ਕੇ ਨਹੀਂ ਲੜਨਾ ਚਾਹੁੰਦੀ। ਇੱਕ ਟੈਕਨੀਕ ਇੱਕ ਟੈਕਟਿਕ ਆ ਇਹ ਇੱਕ ਖੇਡ ਆ ਇਹ। ਫਿਰ ਉਸ ਤੋਂ ਬਾਅਦ ਕਹਿੰਦੇ ਹੈਗੇ ਆ ਕਿ ਕਿਉਂਕਿ ਕਾਂਗਰਸ ਜਿਹੜੀ ਆ ਉਹ ਬਾਈਪਾਸ ਕਰਨਾ ਚਾਹੁੰਦੀ ਆ ਕਿ ਜਿਹੜੇ ਅਛੂਤਾਂ ਦੀ ਭਲਾਈ ਦੇ ਲਈ ਜੋ ਸੰਵਿਧਾਨਕ ਹੱਕ ਜਿਹੜੇ ਸੰਵਿਧਾਨ ਦੇ ਵਿੱਚ ਹੱਕ ਜਿਹੜੇ ਕਰਨੇ ਹੈਗੇ ਆ, ਸੇਫਗਾਰਡ ਦੇਣੇ ਹੈਗੇ ਆ, ਸਾਨੂੰ ਰੋਕਥਾਮ ਦੇਣੀ ਜਿਹੜੀ ਹੈਗੀ ਆ, ਉਹਨੂੰ ਬਾਈਪਾਸ ਕਰਨਾ ਚਾਹੁੰਦੀ ਆ। ਸੋ ਹੁਣ ਬਾਬਾ ਸਾਹਿਬ ਵਿੱਚ ਦੱਸਦੇ ਹੈਗੇ ਆ ਕਿ ਜਿਹੜੀ ਦੁਨੀਆ ਦੇ ਲੋਕ ਜਿਹੜੇ ਹੈਗੇ ਆ, ਗੋਰੇ ਹੈਗੇ ਆ, ਕਿ ਉਹ ਇਸ ਗੱਲ ਨੂੰ ਹੁਣ ਅੰਡਰਸਟੈਂਡ ਨਹੀਂ ਕਰਨਗੇ ਕਿ ਜੇ ਭਾਰਤ ਦੇ ਅਛੂਤ ਅੱਜ ਆਜ਼ਾਦੀ ਦੀ ਲੜਾਈ ਲਈ ਲੜ ਰਹੇ ਹੈਗੇ, ਉਹਨਾਂ ਦੇ ਕੋਲ ਸਿੱਧ ਕਰਨ ਨੂੰ ਬਹੁਤ ਕੁਛ ਆ। ਜੋ ਕਹਿ ਰਹੇ ਆ ਉਹ ਗੱਲਾਂ ਝੂਠੀਆਂ ਆ। ਕੀ ਕਾਂਗਰਸ ਉਹਨਾਂ ਦੇ ਨਾਲ ਬੈਠ ਕੇ ਆਜ਼ਾਦੀ ਤੋਂ ਪਹਿਲਾਂ ਸਮਝੌਤਾ ਨਹੀਂ ਕਰ ਸਕਦੀ? ਅਸੀਂ ਬ੍ਰਿਟਿਸ਼ ਕੋਲੋਂ ਆਜ਼ਾਦੀ ਚਾਹੁੰਦੇ ਆ, ਪਰ ਅਸੀਂ ਗੋਰਿਆਂ ਦੀ ਗੁਲਾਮੀ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਆ ਕਿ ਭਾਰਤ ਜਿਹੜਾ ਆਉਣ ਵਾਲਾ ਭਾਰਤ ਆ ਉਹਦਾ ਸੰਵਿਧਾਨ ਡੈਮੋਕ੍ਰੇਸੀ ਦੇ ਲਈ ਵਧੀਆ ਹੋਵੇ। ਭਾਰਤ ਦਾ ਮਾਹੌਲ ਇਦਾਂ ਦਾ ਹੋਵੇ ਕਿ ਸਾਰੀਆਂ ਕਮਿਊਨਿਟੀਆਂ ਡੈਮੋਕ੍ਰੈਟਿਕ ਵੇ ਦੇ ਨਾਲ ਤਰੀਕੇ ਨਾਲ ਭਾਰਤ ਦੇ ਵਿੱਚ ਰਹਿ ਸਕਣ। ਸੋ ਇਹ ਸੀਗਾ ਜੀ ਆਪਣਾ ਚੈਪਟਰ। It is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.